आज अगर इसकी आज इनकी डेथ हुई है, कल को और भी बहुत सारे किसी के नाम पे ये कहते हैं अच्छी सेवा करो, डॉक्टर लगाओ, अच्छा ढंग से आराम से काम करो। मैं शिप का कैप्टन और शिप ਨੂੰ ਪਾਰ ਲਾਉਣਾ ਮੇਰਾ ਫਰਜ਼ ਹੈ ਅੱਜ ਔਰ ਮੈਂ ਆਪਣੇ ਫਰਜ਼ ਤੋਂ ਭੱਜੂਗਾ ਨਹੀਂ। ਮੈਂ ਹਰ ਇਸ ਲੜਾਈ ਨੂੰ ਲੜ ਕੇ ਤੁਹਾਨੂੰ ਕਿਨਾਰੇ ਲੈ ਕੇ ਜਾਊਂਗਾ। ਮੈਨੂੰ ਵਿਸ਼ਵਾਸ ਆ। ਸਤਿ ਸ਼੍ਰੀ ਅਕਾਲ, ਮੈਂ ਸਵਰਨਬੀਰ ਸਿੰਘ ਆਪ ਸਾਰਿਆਂ ਜੀ ਦਾ ਇੱਕ ਵਾਰੀ ਫੇਰ 5K ਬ੍ਰਾਡਕਾਸਟਿੰਗ ਦੇ ਵਿੱਚ ਵੈਲਕਮ ਕਰਦੇ ਹਾਂ। ਲੇਕਿਨ ਅੱਜ ਤੁਹਾਡਾ ਵੈਲਕਮ ਅਸੀਂ ਖੁਸ਼ ਹੋ ਕੇ ਨਹੀਂ ਕਰ ਰਹੇ। ਇੱਕ ਬੜੀ ਦੁਖਦਾਈ ਖਬਰ ਅੱਜ ਸਵੇਰ ਦੀ ਸਾਡੇ ਦਿਲਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਚੱਲ ਰਹੀ ਹੈ ਕਿ ਜਿਹੜਾ ਡਾਇਲਿਸਿਸ ਹਸਪੀਟਲ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਸੀਗਾ, ਉਸ ਹਸਪੀਟਲ ਦੇ ਉਸ ਡਾਇਲਿਸਿਸ ਸੈਂਟਰ ਦੇ ਖੁੱਲ੍ਹਣ ਦੇ ਕੁਝ ਕੁ ਦਿਨਾਂ ਦੇ ਅੰਦਰ ਹੀ ਇੱਕ ਦਰਦਨਾਕ ਮੌਤ ਉੱਥੇ ਹੋ ਜਾਂਦੀ ਹੈ। ਔਰ ਉਸ ਮੌਤ ਦਾ ਜ਼ਿੰਮੇਵਾਰ ਮਰੀਜ਼ ਨਹੀਂ ਹੈ, ਉਸ ਮੌਤ ਦਾ ਜ਼ਿੰਮੇਵਾਰ ਬਿਮਾਰੀ ਨਹੀਂ ਹੈ, ਉਸ ਮੌਤ ਦੀ ਜ਼ਿੰਮੇਵਾਰ ਹੈ ਅਣਗਹਿਲੀ ਜਿਹੜੀ ਕਿ ਉਸ ਡਾਇਲਿਸਿਸ ਸੈਂਟਰ ਦੇ ਵਿੱਚ ਕੀਤੀ ਗਈ। ਉਹ ਅਣਗਹਿਲੀ ਜਿਹੜੀ ਮੈਨੇਜਮੈਂਟ ਤੋਂ ਹੋਈ ਹੈ, ਉਹ ਅਣਗਹਿਲੀ ਜਿਹੜੀ ਕਿ ਸਿਰਫ ਵੋਟਾਂ ਦੀ ਖਾਤਰ ਹਸਪਤਾਲ ਨੂੰ ਜਾਂ ਜਿਹੜਾ ਡਾਇਲਿਸਿਸ ਸੈਂਟਰ ਹੈ ਉਹਨੂੰ ਜਲਦੀ ਖੋਲ੍ਹਣ ਦੇ ਵਿੱਚ ਕੀਤੀ ਗਈ ਹੈ। ਇਸ ਮਸਲੇ ਤੇ ਸਾਡੇ ਨਾਲ ਗੱਲ ਕਰਨ ਵਾਸਤੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਨਾਲ ਸਰਾਜ ਪਰਮਜੀਤ ਸਿੰਘ ਸਰਨਾ ਰਾਤੀ 11 ਵਜੇ ਵੀ ਸਾਡੇ ਨਾਲ ਜੁੜਨ ਦੇ ਵਿੱਚ ਰਾਜ਼ੀ ਹੋਏ ਨੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ, ਇਸ ਸਾਰੇ ਜਿਹੜਾ ਘਟਨਾ ਸੀ ਉਹਦੀ ਚਿੰਤਾ ਸੀ। ਤੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਇਮੀਡੀਏਟਲੀ ਰਾਜ਼ੀ ਹੋ ਗਏ ਨੇ, ਹਾਲਾਂਕਿ ਸੌਣ ਜਾ ਰਹੇ ਸਨ, ਲੇਕਿਨ ਉਹਨਾਂ ਨੇ ਕਿਹਾ ਕਿ ਇਹ ਕੌਮ ਦਾ ਕੰਮ ਹੈ ਤੇ ਉਸ ਕਰਕੇ ਸਾਡੇ ਨਾਲ ਜ਼ਰੂਰ ਜੁੜਨਗੇ। ਸਾਡੇ ਨਾਲ ਵੀਰ ਸੁਪ੍ਰੀਤ ਸਿੰਘ ਜੀ ਨੇ, ਸਾਰੇ ਜਾਣਦੇ ਹੋ, ਉਹ ਐਕਟਿਵਿਸਟ ਨੇ ਤੇ ਬਾਲਾ ਸਾਹਿਬ ਹਸਪਤਾਲ ਤੇ ਸ਼ੁਰੂ ਤੋਂ ਕੰਮ ਕਰ ਰਹੇ ਨੇ। ਬੜੀ ਜਲਦੀ ਹੀ ਸਾਡੇ ਨਾਲ ਹਰਿੰਦਰਪਾਲ ਸਿੰਘ ਜੀ ਵੀ ਜੁੜਨਗੇ। ਲੇਕਿਨ ਅਸੀਂ ਸ਼ੁਰੂਆਤ ਕਰਨੀ ਆ ਸਿੱਧਾ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਤੋਂ। ਸਰਨਾ ਸਾਹਿਬ, ਇਹ ਖਬਰ ਜਦੋਂ ਤੁਹਾਡੇ ਤੱਕ ਪਹੁੰਚੀ, ਇਹ ਖਬਰ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆਈ ਤੇ ਤੁਹਾਡਾ ਕੀ ਰਿਐਕਸ਼ਨ ਸੀ, ਤੇ ਪਹਿਲਾਂ ਜਿਹੜੀ ਗੱਲ ਤੁਸੀਂ ਕੀਤੀ ਉਹ ਕੀ ਸੀ? ਦੇਖੋ, ਐਨ ਸੀ ਕਿ ਅੱਜ ਸਾਡੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੁੰਦੇ ਸਨ ਤਰਸੇਮ ਸਿੰਘ ਜੀ, ਉਹਨਾਂ ਦਾ ਅੱਜ ਪਾਠ ਸਮਾਗਮ ਸੀ, ਗੁਰਮਤਿ ਸਮਾਗਮ ਸੀ ਉਹਨਾਂ ਦੇ ਚਲਾਣੇ ਦਾ। ਅਸੀਂ ਸਾਰੇ ਉੱਥੇ ਬਿਜ਼ੀ ਸੀ ਤੇ ਮੈਨੂੰ ਟੈਲੀਫੋਨ ਆਈ ਤੇ ਮੈਂ ਕਿਸੇ ਮੀਟਿੰਗ ਵਿੱਚ ਚਲਾ ਗਿਆ ਸਭ ਤੋਂ ਜੀ। ਤੇ ਟੈਲੀਫੋਨ ਆਈ ਤੇ ਮੈਂ ਜਿਹੜਾ ਸਾਡਾ ਮੀਡੀਆ ਦਾ ਦੇਖਦਾ ਹੈ ਉਸ ਨੂੰ ਮੈਂ ਕਿਹਾ ਵੀ ਤੂੰ ਫੌਰਨ ਉੱਥੇ ਪਹੁੰਚ ਜਾ। ਤੇ ਆਪਣੇ ਮੈਂਬਰ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਖੰਨਾ ਮਾਲਵਾ ਨਗਰ ਤੋਂ, ਉਹਨਾਂ ਨੂੰ ਉਹ ਕਹਿੰਦੇ ਤੁਸੀਂ ਆ ਜਾਓ। ਮੈਂ ਕਿਹਾ ਮੈਂ ਇਸ ਮੀਟਿੰਗ ਛੱਡ ਕੇ ਆ ਨਹੀਂ ਸਕਦਾ, ਤੁਸੀਂ ਉੱਥੇ ਪਹੁੰਚੋ ਮੈਨੂੰ ਖਬਰ ਦਿਓ। ਖਬਰ ਇਹ ਹੈਗੀ ਜੀ ਕਿ ਸਵੇਰੇ 6:30 ਵਜੇ ਦੇ ਨਾਲ ਰਵਿੰਦਰ ਕੁਮਾਰ ਨਾਂ ਦਾ ਸ਼ਖਸ ਬਾਲਾ ਸਾਹਿਬ ਹਸਪਤਾਲ ਆਇਆ ਕਿ ਮੇਰਾ ਡਾਇਲਿਸਿਸ ਹੋਗਾ। ਉਹਦੀ ਸ਼ੂਗਰ ਵੀ ਜ਼ਿਆਦਾ ਸੀ, ਹੋਰ ਵੀ ਚੀਜ਼ ਵੱਧ ਸਨ, ਤੇ 12:30 ਤੱਕ ਉਹਨਾਂ ਨੇ ਉਹਦਾ ਡਾਇਲਿਸਿਸ ਨਹੀਂ ਕੀਤਾ, ਜਿਸ ਦੇ ਨਾਲ ਉਸਨੂੰ ਤਕਲੀਫ ਸ਼ੁਰੂ ਹੋਣੀ ਹੈ। ਇਹਨਾਂ ਦੇ ਕੋਲ ਇਹ ਜੀ ਤਕਲੀਫ ਦਾ ਕੋਈ ਪ੍ਰਬੰਧ ਨਹੀਂ ਹੈਗਾ ਹਸਪਤਾਲ ਦੇ ਵਿੱਚ ਕਿਸੇ ਕਿਸਮ ਦਾ। ਬਈ ਡਾਇਲਿਸਿਸ ਐਸੀ ਚੀਜ਼ ਹੈ, ਕਿਸੇ ਨੂੰ ਹਾਰਟ ਅਟੈਕ ਹੋ ਸਕਦਾ, ਕੁਝ ਹੋ ਸਕਦਾ, ਹੋਰ ਕੋਈ ਕੰਪਲੀਕੇਸ਼ਨ ਆ ਸਕਦੀ ਹੈ, ਇਹਨਾਂ ਕੋਲ ਕੋਈ ਨਹੀਂ ਸੀ। ਉਹਦੀ 2:30 ਵਜੇ ਨਾਲ ਮੌਤ ਹੋ ਗਈ। ਇਹਨਾਂ ਨੇ कहता भी कोई इसकी बार खबर नहीं देगा, घर वाले जिसले घर वाले ने शोर पाना शुरू किया तो घर वाले कमरे डाल, इवन उन्होंने बॉडी जो है कमरे डाल देता, बंद कर देता। उस तो बाद मीडिया सारी पहुंच गई, इन्होंने को काबू ना हो। इन्होंने फिर उतों ही कुछ बंद ने पुलिस ने इन्फॉर्मेशन कर दी, पुलिस पहुंच गई, उन्होंने बॉडी में कब्जे करके भेजता उन्होंने अपना जी भेजता पोस्टमार्टम वास्ते। ते पोस्टमार्टम होने तो बाद इसके उत्ते FIR इन्हों की होनी। जी गजल की गल है कि जो इन्होंने बड़ा शोर पाया, 100 बेड शुरू करते हैं, 100 बेड शुरू करते हैं, हाले कुल 30 बेड शुरू होए। उत्थे एक डॉक्टर है, 30 बेड के उत्ते एक डॉक्टर है, और शोर पाता फ्री हो रहा, फ्री हो रहा। तो जो बीमार सन उठा के पै गए, चलो फ्री हो रहा उत्थे जाइए, घरा जो लगना लगे बहुत सही। अगले कहने जी भी 100 बेड शुरू वास्ते 3 महीने लगे। हुणे तुसीं कमेंट्स दे रहे सी भी इलैक्शन शिफ्ट होने करके इन्होंने वाह उदा एक काम शुरू कर दिता, भी साडा काम शुरू हो गए। बिल्कुल। हुण 30 बेड ये हो गए,
ਜਿਹੜੇ 7 ਤਰੀਕ ਨੂੰ ਸ਼ੁਰੂ ਹੋਇਆ ਸੀ ਤੇ ਅੱਜ 15 ਹੋ ਗਈ ਤੇ ਪਹਿਲੀ ਮੌਤ ਹੋ ਗਈ। ਦੂਸਰੀ ਗੱਲ ਹੈਗੀ ਕਿ ਆਪਣਾ ਅਗਲੇ 30 ਬੈਡ ਹੋਰ 30 ਦਿਨਾਂ ਬਾਅਦ ਚੱਲਣਗੇ। ਪੂਰੇ 100 ਬੈਡ ਵਾਸਤੇ ਘੱਟੋ ਘੱਟ 3 ਮਹੀਨੇ ਦਾ ਟਾਈਮ ਹੈ। ਤੁਸੀਂ ਕਹਿ ਦਿਓ ਜੀ ਹਾਲੇ ਸਿਰਫ 30 ਬੰਦੇ ਆਓ, ਸਾਡੇ ਕੋਲ 30 ਬੈਡ ਹੈਗੇ, ਤੁਸੀਂ ਗੱਪਾਂ ਕਿਉਂ ਮਾਰੀਆਂ ਵੇਲੀਆਂ ਗੱਲਾਂ ਕਿਉਂ ਕੀਤੀਆਂ, ਮੈਨੂੰ ਨਹੀਂ ਸਮਝ ਆ ਰਹੀ। ਇਹਨਾਂ ਦਾ ਤਾਂ ਕੰਮ ਇਸ ਤਰ੍ਹਾਂ ਹੋ ਗਿਆ ਸਰ ਸਵਰਨਬੀਰ ਸਿੰਘ, ਜਿਵੇਂ ਪੋਲੀਟੀਕਲ ਪਾਰਟੀਆਂ ਦੇ ਇਲੈਕਸ਼ਨ ਆਉਂਦੇ ਨਾ ਸਟੇਟ ਦੇ, ਬਿਲਕੁਲ, ਤੇ ਉਹ ਫਿਰ ਭਾਵੇਂ ਸਟੇਟ ਗਵਰਨਮੈਂਟ ਹੈ ਤੇ ਭਾਵੇਂ ਸੈਂਟਰਲ ਗਵਰਨਮੈਂਟ ਹੈ, ਉਹ ਦਬਾ ਕੇ ਨੀਂਹ ਪੱਥਰ ਰੱਖਣੇ ਸ਼ੁਰੂ ਕਰ ਦਿੰਦੇ ਨੇ। ਇਹ ਨੀਂਹ ਪੱਥਰ ਰੱਖ, ਉਹ ਨੀਂਹ ਪੱਥਰ ਰੱਖ, ਉਹ ਰੱਖ। ਲੋਕਾਂ ਨੂੰ ਕੋਲ ਲੋ ਜੀ ਅਸੀਂ ਨੀਂਹ ਪੱਥਰ ਰੱਖਤਾ, ਅਗਲੇ 6 ਮਹੀਨਿਆਂ ਤੁਹਾਨੂੰ ਬਣਾ ਦੇंगे, ਮੁੜ ਕੇ ਭਾਵੇਂ 6 ਸਾਲ ਨਾ ਬਣੇ 16 ਸਾਲ। ਉਹ ਸਾਹਬ ਇਹਨਾਂ ਨੇ ਰੱਖਿਆ ਹੈ। ਬਿਲਕੁਲ ਜੀ। ਔਰ ਤੁਸੀਂ ਇਹ ਦੇਖੋ, ਇਹ ਡਾਇਲਿਸਿਸ ਸ਼ੁਰੂ ਕੀਤਾ, ਉਸ ਤੋਂ ਬਾਅਦ ਇਹਨਾਂ ਨੇ 1 ਹਫ਼ਤੇ ਬਾਅਦ 2 ਦਿਨ ਬਾਅਦ ਸ਼ੁਰੂ ਕਰਤਾ MRI ਦੀ। ਐਤਵਾਰ ਨੂੰ ਉਹ ਲਾਈਵ ਕਰ ਰਿਹਾ ਸੀ ਟੀਵੀ ਚੈਨਲ ਵਾਲਾ, ਉਸਨੇ ਉਹਦੇ ਵਿੱਚ ਬੋਲ ਰਹੇ ਸਨ ਵੀ ਸਾਡੇ ਕੋਲ, ਇਹਨਾਂ ਨੇ ਕਿਹਾ 50 ਰੁਪਏ MRI ਕਰਾਂਗੇ। 50 ਰੁਪਏ ਤੇ ਉਹਨਾਂ ਨੇ ਕਹਿਤਾ ਭਰੋ ਇੱਥੇ ਰਸੀਦ ਕਟਾਉਣ ਦੇ ਤੇ 600 ਰੁਪਏ ਤੁਹਾਨੂੰ ਪੂਛ ਦਿਓ। ਉਹ ਕਹਿੰਦੇ ਨੇ ਕहीं ਅਸੀਂ ਕਿੱਥੋਂ ਦੂਰੋਂ ਆਏ ਹਾਂ, ਚੱਲ ਕੇ ਆਏ ਹਾਂ, ਅਸੀਂ ਕਿਹਾ ਫ੍ਰੀ ਹੋਣਾ ਹੈ, ਇੱਥੇ ਆਇਆ ਜੇ ਇਤਨੇ ਪੈਸੇ ਦੇਣੇ ਤਾਂ ਸਾਡੇ ਗੁਆਂਢ ਵੀ ਇੰਨੇ ਰੁਪਏ ਦੀ ਹੋਈ ਸੀ। ਇਹ मतलब हर झूठ कपट बोलिया गया है। और गजब की गल की है, वो हेडिंग देता गुरुद्वारों में ऐसा भी होता है, मतलब समुची कौम नूं नमोशी देखनी पै गई और इन्हों का झूठ सुनना पै गया। एक गल होर दस दी है कि इन्होंने मेरे ते मुकदमा किया सी कि मैं ट्रस्ट बनाया, ट्रस्ट इलीगल है, ट्रस्ट नहीं तुसीं दे सकते। हालांकि मैं सरकार कोलों कोलैबोरेशन की इजाजत लै ली सी जी, इन्होंने जी शिकायत की थी, कोलैबोरेशन की इजाजत लै ली सी। एक अफसर ना करे, पर उस वक्त जो यूनियन कैबिनेट मिनिस्टर ने कहा कि ये गुरुद्वारे चलाते हैं कि अस्पताल चलाएंगे, दे नीड कोलैबोरेशन, यू मस्ट क्लियर दैम। उन्होंने क्लियर करता। इन्हों की शिकायत बाद 100 की जगह 550 अस्पताल बेड तक हॉस्पिटल हो गया। हुण गल है कि हर काम हाथ पाच हो गया। वो साडा सुपर स्पैशलिटी हॉस्पिटल होना सी, जिहदे डायलिसिस भी एक चीज होनी सी। इन्होंने सारा फ्रंट जिहड़ा सी, जिहड़ा कैजुअलिटी वाले सी, होर चीज़ां ते सी, उन्होंने सारा ही हटा दिया। मंजियां एवें लाइया हुई हैं, बैड नहीं है जी, मंजियां एवें लाइया हुई हैं जिवें शुरू च ना मैं उगराई करन जांदा सा ते रेलवे के प्लेटफार्म ते मिल जाता सी कमरा, जिहदे 6 बैड हुंदे सन, 10 बैड हुंदे सन। मैं तो नहा धो के मार के चला जाना, करांगा ਉਹ ਜੇ ਬੈਡ ਲੱਗੇ ਹੋਏ ਜਿਵੇਂ ਡੋਮੈਟਰੀ ਹੁੰਦੀ ਹੈ, ਉਹ ਜੇ ਬੈਡ ਲੱਗੇ ਹੋਏ। ਝੂਠ ਕੁਫਰ ਦੀ ਇੰਤਹਾ ਹੈਗੀ। ਬਿਲਕੁਲ ਜੀ। ਕਿਸੇ ਤਰੀਕੇ ਇਹਨਾਂ ਨੂੰ ਚਸਕਾ ਪੈ ਗਿਆ ਵੀ ਜਿਵੇਂ 2013 ਦੀਆਂ ਚੋਣਾਂ 'ਚ ਅਸੀਂ ਕਹਿਤਾ ਹਸਪਤਾਲ ਵਿਕ ਗਿਆ, ਬੰਗਲਾ ਸਾਹਿਬ ਦੀ ਪਾਰਕਿੰਗ ਵਿਕ ਗਈ, ਲੋਕਾਂ ਨੇ ਕਹਿਤਾ ਤੇ ਸੰਗਤ ਨੇ ਮੰਨ ਲਿਆ ਤੇ ਸਰਕਾਰ ਨੂੰ ਹਰਾਤਾ। ਹੁਣ ਇਹ ਕਹਿੰਦੇ ਦੇਖੋ ਹਸਪਤਾਲ ਸ਼ੁਰੂ ਹੋ ਗਿਆ, ਦੇਖੋ MRI ਸ਼ੁਰੂ ਹੋ ਗਈ। ਕੋਈ ਗੱਲ ਨਹੀਂ। मेरे ख्याल च बंगला साहब ऐसी कोई ऐसी मशीन नहीं सी जिहड़े अपने टाइम ते नहीं लगवाई, सवाए MRI दे ते डायलिसिस दी। असीं कदे भी नहीं कीता भी अज इत्थे डायलिसिस, अज इत्थे NGO लगी हैगी, ECG मशीन लगी, अज फलानी लग गई, अज वो लग गई, कभी किया ही नहीं सी। अज मॉडर्न डेंटिस्ट वास्ते चेहरा खरीदियां, कभी किया ही नहीं सी। भी रूटीन दे काम हैगे, ये रूटीन दे काम नूं पहाड़ वाण कन दस के ਸਾਡੇ ਨਾਲ ਹਰਿੰਦਰਪਾਲ ਵੀਰ ਜੀ ਵੀ ਜੁੜ ਗਏ ਨੇ। ਹਰਿੰਦਰਪਾਲ ਵੀਰ ਜੀ, ਤੁਸੀਂ ਵੀ ਦੇਖਿਆ ਕਿ ਇੱਕ ਬੜੀ ਦੁਖਦਾਈ ਘਟਨਾ ਹੈ, ਮਤਲਬ ਇਹਦਾ ਅਸੀਂ ਅਫਸੋਸ ਇਹਦਾ ਬਿਆਨ ਵੀ ਨਹੀਂ ਕਰ ਸਕਦੇ। ਇੱਕ ਗੱਲ ਕਹਿਣਾ ਚਾਹੁੰਦਾ, ਫਿਰ ਤੁਸੀਂ ਉਹਨਾਂ ਨਾਲ ਗੱਲ ਕਰ ਲੈਣੀ। ਜੀ ਜੀ। ਇਹਨਾਂ ਦੇ ਉੱਤੇ ਸਰਕਾਰ ਨੂੰ FIR ਕਰਕੇ ਕੇਸ ਰਜਿਸਟਰ ਕਰਨਾ ਚਾਹੀਦਾ ਔਰ 302 ਦਾ ਮੁਕੱਦਮਾ ਕਰਨਾ ਚਾਹੀਦਾ। ਇਹਨਾਂ ਨੇ ਜਾਣ ਕੇ ਬੰਦੇ ਕੰਮ ਪੂਰਾ ਨਾ ਹੋਣ ਕਰਕੇ ਉੱਥੇ ਵਾਵਾ ਕੱਟਣ ਦੀ ਖਾਤਰ ਉੱਤੇ ਬੰਦਾ ਮਰਿਆ। ਬਿਲਕੁਲ। ਜਿਹੜੀ ਸਿੱਖ ਕੌਮ ਦੀ ਬਦਨਾਮੀ ਹੋਈ ਹੈ उसकी कोई कीमत ही नहीं है। They should be arrested immediately without any delay. जी। ਹਰਿੰਦਰਪਾਲ ਵੀਰ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਖੈਰ ਇਹ ਲਫ਼ਜ਼ ਇਸ ਵੇਲੇ ਬੋਲਣਾ ਕਿ ਸਵਾਗਤ ਕਰਨਾ ਇੱਕ ਮਾੜਾ ਲੱਗਦਾ ਵੇ, ਕਿਉਂਕਿ ਅਸੀਂ
ਉਸ ਗੱਲ ਵਾਸਤੇ ਅਫਸੋਸ ਵਾਸਤੇ ਇਕੱਠੇ ਹੋਏ ਹਾਂ ਕਿ ਇਹ ਹੋ ਕੀ ਰਿਹਾ ਵੇ ਇੱਕ ਪਰਿਵਾਰ ਦੇ ਨਾਲ, ਪੂਰੀ ਸਿੱਖ ਕੌਮ ਦੇ ਨਾਲ, ਤੇ ਇੱਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਕਮੇਟੀ ਹੈ, ਜਿਹੜੀ ਜਿੰਨੇ ਸਿੱਖਾਂ ਦੀ ਭਲਾਈ ਕਰਨੀ ਸੀ, ਜਿੰਨੇ ਸਮਾਜ ਦੀ ਭਲਾਈ ਕਰਨੀ ਸੀ, ਉਹ ਗੰਦੀ ਰਾਜਨੀਤੀ ਦੇ ਵਿੱਚ ਬੁਰੀ ਤਰ੍ਹਾਂ ਇੰਨੀ ਉਲਝ ਗਈ ਹੈ ਕਿ ਉਹਨੂੰ ਜਾਨਾਂ ਦੀ ਵੀ ਪਰਵਾਹ ਨਹੀਂ ਰਹੀ। ਪਹਿਲਾਂ ਤੇ ਗੋਲਕਾਂ ਲੁੱਟੀਆਂ ਜਾਂਦੀਆਂ ਸਨ, ਹੁਣ ਜਾਨਾਂ ਲੁੱਟੀਆਂ ਜਾ ਰਹੀਆਂ ਨੇ, ਲੋਕ ਜਾਨੋਂ ਜਾ ਰਹੇ ਨੇ। ਇਸ ਸਾਰੇ ਮਸਲੇ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੱਚ ਮੰਨਣਾ, ਜਦੋਂ ਤੋਂ ਮੈਨੂੰ ਪਤਾ ਲੱਗਾ, ਮੈਨੂੰ ਭਾਵੇਂ ਬੜਾ ਲੇਟ ਪਤਾ ਲੱਗਾ, ਸੱਚਮੁੱਚ ਬੜਾ ਹੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਬੜਾ ਅਫਸੋਸ ਲੱਗ ਰਿਹਾ। ਔਰ ਅਸੀਂ ਤਾਂ ਬੜੇ ਦਿਨਾਂ ਤੋਂ ਕਹਿ ਰਹੇ ਸੀ ਕਿ ਇਹ ਹਸਪਤਾਲ ਬਣਾਣੇ ਜਾਂ ਡਾਇਲਸਿਸ ਸੈਂਟਰ ਬਣਾਣੇ, ਗੁਰਦੁਆਰੇ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ, ਇਹ ਇੱਕ ਬੜਾ ਅੱਛਾ ਕੰਸੈਪਟ ਹੈ। ਗੁਰੂ ਨੇ ਸਾਨੂੰ ਇੱਕ ਕੰਸੈਪਟ ਦਿੱਤਾ ਹੈ ਜੀ, ਲੇਕਿਨ ਇਲੈਕਸ਼ਨਾਂ ਕਰਕੇ ਇਤਨੀ ਜਲਦਬਾਜ਼ੀ ਹੋ ਗਈ ਕਿ ਇਤਨਾ ਵੱਡਾ ਸੈਂਸਿਟਿਵ ਇਸ਼ੂ ਜਿਹੜਾ ਇਹ ਡਾਇਲਸਿਸ ਦਾ, ਇਤਨਾ ਸੈਂਸਿਟਿਵ ਇਹ ਇਲਾਜ ਹੈ ਕਿ ਮੈਂ ਸੱਚ ਜਾਣਨਾ, ਮੇਰੇ ਇੱਕ ਬੜੇ ਕਰੀਬੀ ਨੂੰ, ਬੜਾ ਗਰੀਬ ਹੈ, ਮੈਂ ਉਹਦੀ ਜਿੰਨੀ ਮਦਦ ਕਰ ਸਕਦਾ ਸੀ ਕੀਤੀ ਸੀ, ਉਸ ਨੂੰ ਡਾਇਲਸਿਸ ਕਰਨੀ ਸੀ, ਤੇ ਮੈਂ ਘੱਟ ਤੋਂ ਘੱਟ 3 ਸੈਂਟਰ ਡਾਇਲਸਿਸ ਦੇਖੇ। ਅਖੀਰ ਮੈਂ ਰਜੌਰੀ ਗਾਰਡਨ, ਮੈਂ ਖੁਦ ਜਾ ਕੇ, ਪਹਿਲੇ ਸਰ ਹਰਮਨਜੀਤ ਸਿੰਘ ਜੀ ਨੂੰ, ਉਹਨਾਂ ਦੀ ਸਿੰਘ ਸਭਾ 'ਚ ਲੱਗੀਆਂ ਹੋਣੀਆਂ 9 ਮਸ਼ੀਨਾਂ, ਮੈਂ ਖੁਦ ਜਾ ਕੇ ਪਹਿਲੇ ਦੇਖਿਆ, ਡਾਕਟਰਾਂ ਨਾਲ ਗੱਲ ਕੀਤੀ, ਫਿਰ ਮੈਂ ਉਹ ਆਪਣਾ ਜਿਹੜੇ ਮੇਰੇ ਰਿਲੇਟਿਵ ਸੀ ਜਿਹੜੇ, ਉਹਨਾਂ ਨੂੰ ਮੈਂ ਉੱਥੇ ਭੇਜਿਆ। ਗੱਲ ਇਹ ਹੈਗੀ ਕਿ ਇਹ ਇੱਕ ਜਿਹੜਾ ਡਾਇਲਸਿਸ ਹੈ, ਇਹ ਇੱਕ ਬੜਾ ਹੀ ਸੈਂਸਿਟਿਵ ਇਲਾਜ ਹੈ, ਔਰ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹਦੇ ਜਲਦਬਾਜ਼ੀ ਦੇ ਵਿੱਚ ਔਰ ਇੱਕ ਰਾਜਨੀਤੀ ਦੇ ਫਾਇਦੇ ਲਈ ਤੁਸੀਂ ਇਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਦੇ ਨਾਲ ਖਿਲਵਾੜ ਕਰਨਾ। ਮੈਨੂੰ ਨਹੀਂ ਪਤਾ ਇਹ ਪੂਰਾ ਕਿਸ ਤਰ੍ਹਾਂ ਉਹਦਾ ਡਾਇਲਸਿਸ ਬੈੱਡ ਤੇ ਹੋਇਆ ਜਾਂ ਅਜੇ ਡਾਇਲਸਿਸ ਹੋਇਆ ਨਹੀਂ ਸੀ, ਪਰ ਇੱਕਦਮ ਇਤਨੀ ਜ਼ਿਆਦਾ ਐਡਵਰਟਾਈਜ਼ਮੈਂਟ ਕਰ ਲੈਣੀ ਔਰ ਉੱਥੇ ਇਤਨਾ ਜ਼ਿਆਦਾ ਰਸ਼ ਹੋ ਜਾਣਾ। ਮੈਨੂੰ ਇਹ ਪਤਾ ਲੱਗਿਆ ਕਿ 100 ਬੈੱਡ ਦਾ ਇਹ ਬਣਿਆ, ਲੇਕਿਨ ਉੱਥੇ ਆਲਰੇਡੀ 25 ਜਾਂ 30 ਜਿਹੜੇ ਨੇ ਬੈੱਡ ਉਹ ਯੂਜ਼ ਹੋ ਪਾ ਰਹੇ ਨੇ ਜੀ। ਤੇ ਤੁਸੀਂ ਇਸ ਗੱਲ ਨੂੰ ਵੀ ਪਬਲਿਸਾਈਜ਼ ਕਰਦੇ ਕਿ ਇਹ ਸਾਡੇ ਕੋਲ ਫਿਲਹਾਲ ਇਸ ਤਰ੍ਹਾਂ ਦਾ ਇੰਤਜ਼ਾਮ ਹੈ, ਇਤਨੀ ਭੀੜ ਇੱਥੇ ਨਾ ਹੋਵੇ। ਲੇਕਿਨ ਹੁਣ ਗੱਲ ਇਹ ਹੈਗੀ ਕਿ ਇੱਕ ਜਾਨ ਤਾਂ ਚਲੀ ਗਈ, ਬਿਲਕੁਲ, ਕਿਸੇ ਦਾ ਘਰ ਤਾਂ ਇੱਕ ਬਿਲਕੁਲ ਬਰਬਾਦ ਹੋ ਗਿਆ। ਔਰ ਸੱਚ ਜਾਣਨਾ, ਐਜ਼ ਏ ਸਿੱਖ, ਗੁਰਦੁਆਰੇ ਦੇ ਅੰਦਰ ਕੋਈ ਇਲਾਜ ਕਰਾਉਣ ਆਏ, ਕੋਈ ਦੁਖੀ ਹੋਵੇ ਔਰ ਉੱਥੇ ਉਸ ਦੇ ਨਾਲ ਇਸ ਤਰ੍ਹਾਂ ਹੋ ਜਾਏ, ਉਸ ਪਰਿਵਾਰ ਦੇ ਨਾਲ, ਔਰ ਬੰਦਾ ਚਲਾ ਜਾਏ, ਤਾਂ ਮੈਨੂੰ ਲੱਗਦਾ ਵੈਰੀ ਵੈਰੀ ਅਨਫੋਰਚੂਨੇਟ ਜੀ। तो मैं ਹੁਣ ਇਸ ਬਾਰੇ ਕੀ ਕਵਾਂ ਜੀ, ਇਹ ਤਾਂ ਹੁਣ ਅਗਲੀ ਰਿਪੋਰਟ ਕੀ ਹੋਏਗੀ, ਉਹਦਾ ਪੋਸਟਮਾਰਟਮ ਹੋ ਰਿਹਾ ਹੋਏਗਾ, ਪੋਸਟਮਾਰਟਮ ਲਈ ਗਈ ਹੋਣੀ, ਅਗਲੀ ਕੀ ਹੁੰਦੀ ਹੈ, ਉਹ ਜਿਹੜਾ ਦੇਸ਼ ਦਾ ਕਾਨੂੰਨ ਹੈ, ਜਿਹੜੀ ਜੋ ਵੀ ਹੋਣਾ, FIR ਹੋਣੀ ਹੈ ਜਾਂ ਜੋ ਵੀ ਹੋਣਾ। ਪਰ ਮੈਂ ਅਜੇ ਵੀ ਇਹਨਾਂ ਨੂੰ ਕਵਾਂਗਾ ਕਿ ਡੋਂਟ ਮੇਕ ਹੇਸਟ। ਤੁਸੀਂ ਉਹ ਜਿਹੜੀ NGO ਹੈ, ਜਿਸ NGO ਨਾਲ ਤੁਸੀਂ ਕੋਈ ਆਪਸ ਦੇ ਵਿੱਚ ਕੰਟਰੈਕਟ ਕੀਤਾ, ਉਹ ਕੀ ਕੀਤਾ, ਕਿਵੇਂ ਕੀਤਾ, ਕੌਣ ਡਾਕਟਰ ਨੇ ਉੱਥੇ, ਕੌਣ ਨਰਸਿਸ ਨੇ, ਸਪੈਸ਼ਲਾਈਜੇਸ਼ਨ ਜਿਹੜੇ ਨੇ ਉੱਥੇ, ਐਕਸਪਰਟ ਡਾਕਟਰ ਕੌਣ ਨੇ। ਮੈਂ ਮਤਲਬ ਤੁਸੀਂ ਸਮਝ ਨਹੀਂ ਆਉਂਦੀ ਕਿ ਗੁਰਦੁਆਰਾ ਕਮੇਟੀ ਦੇ ਵਿੱਚ ਕਿਹੜੇ ਸਾਡੇ ਕੋਲ ਐਕਸਪਰਟ ਸੀ ਜਿਨ੍ਹਾਂ ਨੂੰ ਤੁਸੀਂ ਸਲਾਹ ਕਰਕੇ ਕੋਈ ਪੈਨਲ ਬਣਾਇਆ ਹੋਵੇ, ਉਸ NGO ਨਾਲ ਕੋਈ ਮੀਟਿੰਗ ਹੋਈ ਹੋਵੇ। ਆਇਆ ਮੈਂ ਐਗਜ਼ੈਕਟਿਵ ਮੈਂਬਰ, ਔਰ ਕਿਸੇ ਐਗਜ਼ੈਕਟਿਵ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਪੋਜ਼ਲ ਨਹੀਂ ਸੀ। ਤੁਸੀਂ ਕਿਸੇ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਇਹਦਾ ਕੋਈ ਗੱਲ ਨਹੀਂ ਹੋਈ। ਐਜ਼ ਏ ਮੈਂਬਰ, ਮਤਲਬ ਮੈਂ ਮੈਡੀਕਲ ਦਾ ਬੰਦਾ ਨਹੀਂ ਹਾਂ, ਲੇਕਿਨ ਕੁਝ ਡਾਕਟਰਸ ਨਾਲ ਇਹ ਸਲਾਹ ਹੋ ਸਕਦੀ ਸੀ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਆਣੀਆਂ ਚਾਹੀਦੀਆਂ ਨੇ। ਤੁਸੀਂ ਸਾਰਾ ਕੁਝ NGO ਦੇ ਉੱਤੇ ਵਿਸ਼ਵਾਸ ਕਰ ਲਿਆ। ਹੁਣ ਸਵਾਲ ਇਹ ਕਿ ਜਿਸ ਪਰਿਵਾਰ ਦਾ ਬੰਦਾ ਚਲਾ ਗਿਆ, ਉਹ ਪਰਿਵਾਰ ਤਾਂ ਸਾਨੂੰ ਕੋਸੇਗਾ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਕੋਸੇਗਾ, ਉਹ NGO ਨੂੰ ਨਹੀਂ ਜਾਣਦਾ। ਬਾਲਾ ਸਾਹਿਬ ਦੇ ਬਾਉਂਡਰੀ ਦੇ ਵਿੱਚ ਇਹ ਹਾਦਸਾ ਹੋਇਆ। ਤਾਂ ਮੈਨੂੰ ਲੱਗਦਾ ਹੈ ਕਿ ਮੈਂ ਤਾਂ ਬੜੀ ਵਾਰ ਕਹਿਣਾ ਸਰ, ਮੈਂ ਇੱਕ ਇੰਟਰਵਿਊ ਵਿੱਚ ਪਹਿਲੇ ਵੀ ਕਿਹਾ ਸੀ ਕਿ ਦਿਸ ਇਲੈਕਸ਼ਨ ਸਿਸਟਮ ਹੈਜ਼ ਰਿਊਨਡ ਅਸ। ਇਸ ਗੰਦੀ ਰਾਜਨੀਤੀ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ। ਸਾਡੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਹੋਣ, ਸਾਡੀਆਂ ਮੈਡੀਕਲ ਇੰਸਟੀਟਿਊਸ਼ਨਸ ਨੇ, ਇਸ ਨੇ ਸਾਨੂੰ ਕਿੱਥੋਂ ਦਾ ਨਹੀਂ ਛੱਡਿਆ। ਔਰ ਮੈਂ ਸੱਚ ਜਾਣਨਾ ਕਿ ਉਹ ਮੈਨੂੰ ਯਾਦ ਆ ਰਿਹਾ ਸੀ ਕਿ ਗੈरों से कहा तुमने, गैरों से सुना तुमने, कुछ हमसे कहा होता, कुछ हमसे सुना होता। तो कोई ਇਹਨਾਂ ਨੇ ਆਪਣਿਆਂ ਨਾਲ ਨਹੀਂ ਕੀਤੀ। ਬਸ 2 ਬੰਦੇ ਬੈਠ ਕੇ ਕੋਈ ਵੀ ਮਨ ਵਿੱਚ ਆਂਦਾ ਔਰ ਉਹ ਕਰ ਦੇਣਾ।
देखो मैं वार-वार कह रहा स्वरण जी, मैं वार-वार कह रहा दिल्ली सिख गुरुद्वारा प्रबंधक कमेटी दे इलेक्शन ने और गुरुद्वारे दे प्रबंधां दे बारे गल करो। तुसी टकैत नूं उत्थे जदों शुरू कीता, तुसी उत्थे टकैत नूं स्टेज ते खड़ा कर दिता है। खालसा कॉलेज दे बच्चियां दा कोई होस्टल है, उत्थे अकाल तख्त साहब दे जत्थेदार जा रहे ने, जिथे गुरुद्वारा साहब दी हदूद दे विच एक इन्ना वड्डा सेंटर खोलिया जा रहा, उत्थे उत्थे तुसी जिहड़ी धार्मिक पर्सनैलिटी नहीं बुलाओगे वो गुरुद्वारे दी, तुसी टकैत नूं बुलाओगे। तो मैं समझदा कि अजे भी टाइम है, जिहड़ा समा जिहड़ा साडा कौमी तौर ते बड़ा नाजुक चल रहा है, इस इन्हां गल्लां तो गुरेज करना चाहिए। गुरुद्वारे प्रबंध दा इलैक्शन है, प्लीज तुसी गुरुद्वारे प्रबंध दीयां गल्लां करो। गुरुद्वारे दी मर्यादा अंदर की हो रही है, गुरुद्वारे दा रख रखाव की हो रहा है, गुरुद्वारे दे स्कूल गुरुद्वारे दे इंस्टीट्यूशन किवें चल रहे ने, मुद्दा तो यह होना चाहिए। ये सारा दा सारा मुद्दा डायलिसिस सेंटर बनाया गया क्योंकि इस तरह लग्या कि जिवें गुरुद्वारा कमेटी डायलिसिस सेंटर ते ही मुनस्सर हो गई, डायलिसिस सेंटर ही तुहाडा इलैक्शन मुद्दा है जी। बाकी जिहड़ियां मर्यादावां ने, कीर्तन किसने करना है, कथा किसने करनी है, एक कथा दा की विशा होना चाहिए है, गुरु ग्रंथ साहब ते करनी है, उत्थे कौन कथा कर रहा है, उन्होंने कितना गुरमत दा ज्ञान है। आई सी मैं कहना चाहना कि जेड़ा असली मुद्दे ने उन्हां मुद्दियां नूं बिल्कुल छाड़ता है। ਤੁਹਾਡੀ ਗੱਲ ਬਿਲकुल ठीक है। ਅਸੀਂ ਤੁਹਾਡੇ ਜਿਹੜੀਆਂ ਗੱਲਾਂ ਦਾ ਗੁਰਦੁਆਰੇ ਪ੍ਰਬੰਧ ਨਾਲ ਬਹੁਤਾ ਤਾਲੁਕ ਨਹੀਂ ਹੈ, ਉਹਨਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ। ਬੜੀ ਸਾਫ਼ ਸਪਸ਼ਟ ਹਾਲਾਂਕਿ ਤੁਸੀਂ ਔਰ ਇਸ ਗੱਲਾਂ ਤੇ ਧਿਆਨ ਰੱਖਣਾ ਚਾਹੀਦਾ ਵੇ। ਲੇਕਿਨ ਸਾਡੇ ਨਾਲ ਮੌਜੂਦ ਨੇ ਵੀਰ ਸੁਪ੍ਰੀਤ ਸਿੰਘ ਜੀ ਵੀ। ਸੁਪ੍ਰੀਤ ਸਿੰਘ ਜੀ, ਤੁਸੀਂ ਇਸ ਮਸਲੇ ਨੂੰ ਕਾਫੀ ਸਾਲਾਂ ਤੋਂ ਦੇਖ ਰਹੇ ਹੋ, ਅਪਰੋਚ ਵੀ ਜੀ ਸਰ। ਔਰ ਅਸੀਂ ਮੇਰੇ ਖਿਆਲ ਨਾਲ 4-5 ਦਿਨ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀਗਾ। ਅਸੀਂ ਸਾਰੀਆਂ ਸੰਗਤਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਡਾਇਲਿਸਿਸ ਸੈਂਟਰ ਹੈ ਐਕਚੁਅਲ ਦੇ ਵਿੱਚ ਹੈ ਇੱਕ ਬੜਾ ਵੱਡਾ ਕੋਲੈਪਸ ਕਰਨ ਜਾ ਰਿਹਾ ਵੇ ਪੂਰੀ ਦੀ ਪੂਰੀ ਕਮੇਟੀ ਨੂੰ, ਪੂਰੀ ਦੀ ਪੂਰੀ ਸਿੱਖ ਸੰਗਤ ਨੂੰ। ਔਰ ਇਹਨੇ ਜਿੱਥੇ ਕਮੇਟੀ ਨੂੰ ਕੋਲੈਪਸ ਕੀਤਾ ਵੇ, ਪੂਰਾ ਜਿਹੜਾ ਨਾਮ ਸੀਗਾ ਜਿਹੜਾ ਸਿੱਖਾਂ ਦਾ, ਉਹਨੂੰ ਵੀ ਡੁਬੋ ਕੇ ਰੱਖਤਾ ਵੇ। ਤੁਸੀਂ ਇਹ ਸਾਰਾ ਮਸਲੇ ਨੂੰ ਜਾਣਦੇ ਹੋ ਸ਼ੁਰੂ ਤੋਂ ਕਿਵੇਂ ਹੋਇਆ, ਐਕਚੁਅਲ ਦੇ ਵਿੱਚ ਰੀਜ਼ਨ ਕੀ ਸਨ ਇਹਦੇ, ਅੱਜ ਦੀ ਸਪੈਸ਼ਲ ਅੱਜ ਦੀ ਮੌਤ ਦੇ ਉੱਤੇ, ਤੇ ਜਦੋਂ ਤੁਸੀਂ ਸਿਰਸਾ ਸਾਹਿਬ ਨੂੰ ਜਾਂ ਹੋਰਾਂ ਨੂੰ ਜਦੋਂ ਅਪਰੋਚ ਕੀਤਾ ਤੇ ਉਹਨਾਂ ਦਾ ਕੀ ਰਿਐਕਸ਼ਨ ਸੀ ਜਦੋਂ ਡਾਇਲਿਸਿਸ ਸੈਂਟਰ ਬਣਿਆ? ਦੇਖੋ ਸਰ, ਇਸ ਤਰ੍ਹਾਂ ਹੈ, ਮੈਂ ਪਹਿਲੇ ਵੀ ਤੁਹਾਡੇ ਇੰਟਰਵਿਊ ਤੇ ਆ ਕੇ ਗੱਲ ਕਹੀ ਸੀ, ਜਦ ਡਾਇਲਿਸਿਸ ਸੈਂਟਰ ਦੀ ਇਨੋਗ੍ਰੇਸ਼ਨ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲੇ ਮੈਂ ਜਾ ਕੇ ਜੀਕੇ ਸਾਹਿਬ ਦਾ ਇੰਟਰਵਿਊ ਲੈਣਾ ਸੀ। ਮੈਂ ਭੋਗਲ ਸਾਹਿਬ ਨੂੰ ਮੈਂ ਅਪਰੋਚ ਕੀਤਾ, ਤਰਵਿੰਦਰ ਸਿੰਘ ਮਾਰਵਾ ਨੂੰ ਅਪਰੋਚ ਕੀਤਾ ਤੇ ਸਿਰਸਾ ਜੀ ਨੂੰ ਅਪਰੋਚ ਕੀਤਾ, ਜਿਹਦੇ ਵਿੱਚੋਂ ਸਿਰਸਾ ਜੀ ਤੇ ਜੀਕੇ ਸਾਹਿਬ ਦੇ ਵਰ ਅਨਰੀਚੇਬਲ। ਮੈਂ ਉਹਨਾਂ ਨੂੰ ਕੰਟੈਕਟ ਨਹੀਂ ਕਰ ਪਾਇਆ, ਪਰ ਮੈਨੂੰ ਭੋਗਲ ਸਾਹਿਬ ਤੇ ਤਰਵਿੰਦਰ ਸਿੰਘ ਮਾਰਵਾ ਨੇ ਮੈਨੂੰ ਇੰਟਰਵਿਊ ਦਿੱਤਾ ਸੀ ਤੇ ਜਿਹਦੀ ਸਾਰੀ ਡਿਟੇਲ ਮੈਂ ਉਸ ਉੱਤੇ ਦੱਸੀ ਹੈਗੀ ਹੈ। ਜੀ ਮੁੱਦੇ ਦੀ ਗੱਲ ਇਹ ਆਉਂਦੀ ਹੈ ਕਿ ਇਸ ਵੇਲੇ ਜਿਹੜੀ ਮੈਂ ਪਹਿਲੇ ਵੀ ਗੱਲ ਕਹਿ ਚੁੱਕਿਆ, ਹਰ ਵਾਰ ਮੈਂ ਇਹੋ ਗੱਲ ਦੁਹਰਾਉਂਦਾ ਹਾਂ ਕਿ ਦਿੱਲੀ ਗੁਰਦੁਆਰਾ ਕਮੇਟੀ ਧਾਰਮਿਕ ਨਿਜ਼ਾਮ ਨੂੰ ਸਾਂਭਣ ਵਾਲੀ ਕਮੇਟੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਕੋਲ ਅੱਜ ਆਪਣੇ ਸਕੂਲਸ ਨਹੀਂ ਸਾਂਭੇ ਜਾ ਰਹੇ, ਕਾਲਜਸ ਨਹੀਂ ਸਾਂਭੇ ਜਾ ਰਹੇ, ਤੇ ਇੱਕ ਮੈਡੀਕਲ ਆਪਰੇਸ਼ਨ ਸੈਂਟਰ ਜਾਂ ਮੈਡੀਕਲ ਡਾਇਲਿਸਿਸ ਸੈਂਟਰ ਉਹ ਕਿਵੇਂ ਚਲਾਏਗੀ? ਰੂਟ ਕਾਜ਼ ਐਨਾਲਿਸਿਸ ਇੱਥੇ ਸ਼ੁਰੂ ਹੁੰਦਾ ਹੈਗਾ। ਤੁਸੀਂ ਕਿਸੇ ਦਿੱਲੀ ਕਮੇਟੀ ਦੇ ਮੈਂਬਰ ਨੂੰ ਚੇਅਰਮੈਨ ਨਹੀਂ ਬਣਾ ਸਕਦੇ ਕਿਸੇ ਡਾਇਲਿਸਿਸ ਸੈਂਟਰ ਦਾ, ਉਸ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਇੱਕ ਕੁਆਲਿਟੀ ਮੈਡੀਕਲ ਐਜੂਕੇਸ਼ਨ ਵਾਲੀ ਜਾਂ ਕੁਆਲਿਟੀ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕਰੇ। ਸਾਨੂੰ ਇਸ ਚੀਜ਼ ਦਾ ਅੰਦੇਸ਼ਾ ਸੀ ਕਿ ਅਸੀਂ ਉਸ ਵੇਲੇ ਵੀ ਗੱਲ ਮੰਗੀ ਸੀ ਕਿ ਤੁਸੀਂ ਜਿਹੜਾ ਕਿ ਇੱਕ ਪ੍ਰਾਈਵੇਟ ਐਨਜੀਓ ਦੇ ਨਾਲ ਟਾਈ ਅਪ ਕੀਤਾ, ਤੁਸੀਂ ਸਾਰੇ ਸੰਗਤ ਨੂੰ ਪੇਪਰ ਦਿਖਾਓ ਕਿ ਕਿਹੜੇ ਟਰਮਸ ਐਂਡ ਕੰਡੀਸ਼ਨਸ ਦੇ ਉੱਤੇ ਟਾਈ ਅਪ ਹੋਇਆ ਹੈ, ਉਹਦੀ ਐਸਕੇਲੇਸ਼ਨ ਮੈਟ੍ਰਿਕਸ ਕੀ ਹੈਗੀ ਹੈ। ਇਨ ਕੇਸ ਆਫ ਐਨੀ ਮੈਡੀਕਲ ਐਮਰਜੈਂਸੀ, ਜੇ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ ਤੇ ਉਸ ਮੈਡੀਕਲ ਐਮਰਜੈਂਸੀਜ਼ ਨੂੰ ਡੀਲ ਕਰਨ ਵਾਸਤੇ ਤੁਹਾਡੇ ਕੋਲ ਪਲਾਨ ਆਫ ਐਕਸ਼ਨ ਕੀ ਹੈਗਾ। ਇਹ ਜ਼ਰੂਰੀ ਤੇ ਨਹੀਂ ਹੈ ਕਿ ਕੋਈ ਬੰਦਾ ਉੱਥੇ ਡਾਇਲਿਸਿਸ ਕਰਾਉਣ ਆ ਰਿਹਾ ਤੇ ਡਾਇਲਿਸਿਸ ਕਰਾ ਕੇ ਵਾਪਸ ਚਲਾ ਜਾਏਗਾ, ਉਹਦੇ ਨਾਲ ਕੁਝ ਹੋਰ ਵੀ ਅਣਸੁਖਾਵੀ ਘਟਨਾ ਹੋ ਸਕਦੀ ਹੈ ਜਿਹੜੀ ਅੱਜ ਵਾਪਰੀ ਆਈ ਹੈ। ਤੇ ਅੱਜ ਦੀ ਘਟਨਾ ਇਸ ਚੀਜ਼ ਵੱਲ ਇੰਡੀਕੇਟ ਕਰਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜਾ ਡਾਇਲਿਸਿਸ ਸੈਂਟਰ ਚਲਾ ਰਹੀ ਹੈ, ਉਹ ਸਿਰਫ ਇੱਕ ਛੋਟੇ ਜਿਹੇ ਡਾਇਲਿਸਿਸ ਸੈਂਟਰ ਤੋਂ ਵੱਧ ਉਹਦੀ ਕੋਈ ਕੈਪੈਸਿਟੀ ਨਹੀਂ ਹੈ। ਉੱਥੇ ਜਾਣ ਵਾਲੇ ਬੰਦੇ ਦੇ ਕੋਲ ਜੇ ਕੱਲ ਨੂੰ ਕੋਈ ਉਹਦਾ ਬੀਪੀ ਹਾਈ ਹੋ ਜਾਂਦਾ ਹੈ, ਉਹਦੀ ਹਾਰਟ ਦੇ ਅੰਦਰ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹਦੇ ਕੋਲ XYZ ਕੋਈ ਵੀ ਅਨਨੈਸੈਸਰੀ ਕੋਈ ਮੈਡੀਕਲ ਐਮਰਜੈਂਸੀ ਉਹਦੇ ਕੋਲ ਆ ਜਾਂਦੀ ਹੈ, ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਕੋਲ ਉਸਨੂੰ ਹੈਂਡਲ ਕਰਨ ਦੇ ਲਈ ਕੋਈ ਆਪਸ਼ਨ ਹੀ ਨਹੀਂ ਹੈਗਾ ਜੀ। ਉਸ ਵੇਲੇ ਜਿਹੜੇ ਮੌਜੂਦਾ ਆਪਸ਼ਨ ਹੈ ਜੀ। ਸਾਡਾ ਇੱਕ ਵਾਲਾ ਸਾਹਿਬ ਵਿੱਚ ਇੱਕ ਹਸਪਤਾਲ ਚੱਲ ਰਿਹਾ ਪੰਜਾਬ ਦਾ, ਉਹਦੇ ਹਰ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਨੇ, ਪਰ ਇਹਨਾਂ ਨੇ ਇਸ ਨੂੰ ਐਨਜੀਓ ਨੂੰ ਦੇਤਾ। ਬਾਲਾ ਸਾਹਿਬ ਹਸਪਤਾਲ ਜਿਹੜਾ ਚੱਲ ਰਿਹਾ ਆਲਰੇਡੀ ਪੰਜਾਬ ਦਾ, ਉਹਦੇ ਵਿੱਚ ਵੀ ਡੈਥ ਚੀਜ਼ਾਂ ਲੱਗੀਆਂ ਹੋਈਆਂ। ਸਰਦਾਰ ਹਰਿੰਦਰਪਾਲ ਸਿੰਘ ਨੇ ਜੋਰੀ ਗੱਡ ਦੀ ਗੱਲ ਕੀਤੀ ਹੈ। ਸਾਡੇ ਗਵਾਂਢ ਸੈਨਿਕ ਵਿਹਾਰ ਹੈ,
ਉਹਦੀ ਸਿੰਘ ਸਭਾ ਨੂੰ ਅੱਜ 3 ਸਾਲ ਤੋਂ ਉੱਪਰ ਸਮਾਂ ਆ ਗਿਆ, 16 ਮਸ਼ੀਨਾਂ ਜੋ ਚਲਾ ਰਹੇ ਨੇ, ਇੱਕ ਕੈਜੂਅਲਟੀ ਨਹੀਂ ਹੋਈ। ਇਹਨਾਂ ਨੇ ਫ੍ਰੀ ਕਰਤਾ, ਬੰਦੇ ਢੇਰ ਮਾਰੇ ਗਏ, ਇਹਨਾਂ ਕੋਲ ਤਾਂ ਨਾ ਕਿ ਪੇਸ਼ੈਂਟ ਬਹੁਤ ਆ ਗਏ ਔਰ ਇਹਨਾਂ ਕੋਲ ਉਹ ਸਾਂਭੇ ਨਹੀਂ ਗਏ। ਸਰ ਮੈਂ ਉਸ ਗੱਲ ਤੇ ਵੀ ਆ ਰਿਹਾ, 6 ਘੰਟੇ ਬੈਠਾ ਰਿਹਾ, ਉਹਦੀ ਤਬੀਅਤ ਖਰਾਬ ਹੋ ਗਈ। ਹਾਂਜੀ ਉਹਦੇ ਜਿਹੜੀਆਂ ਚੀਜ਼ਾਂ ਸਰਕਾਰੀਆਂ ਵੱਧ ਗਈਆਂ। ਪਰ ਪਰਮਜੀਤ ਦੇਖੋ ਜੀ ਡਾਕਟਰ ਬਿਲਕੁਲ ਇਹ ਗੱਲ ਮੁੱਦਾ ਹੈ ਚੱਲੀ ਸੀ, ਉਦੋਂ ਵੀ ਬੜੀ ਚੱਲੀ ਸੀ ਗੱਲ ਕਿ ਡਾਇਲਿਸਿਸ ਸੈਂਟਰ ਤੁਸੀਂ ਬਣਾਇਆ ਹੈ ਪਰ ਐਮਰਜੈਂਸੀ ਇਜ਼ ਮਸਟ। ਅੱਜ ਅਗਰ ਐਮਰਜੈਂਸੀ ਹੁੰਦੀ ਉੱਥੇ ਤਾਂ ਇਹ ਬੰਦੇ ਦੀ ਜਾਨ ਨਹੀਂ ਸੀ ਜਾਣੀ। ਕੋਈ ਛੋਟੀ ਮੋਟੀ ਅਗਰ ਉਹਨਾਂ ਨੂੰ ਪ੍ਰੋਬਲਮ ਸ਼ੁਰੂ ਹੋਈ ਸੀ ਉਸੇ ਟਾਈਮ ਐਮਰਜੈਂਸੀ ਚੋਂ ਉਹਨੂੰ ਦੇਖਿਆ ਜਾ ਸਕਦਾ ਸੀ। ਮੈਂ ਦੇਖ ਰਿਹਾ ਸੀ ਸੁਪ੍ਰੀਤ ਜੀ ਦੀ ਪਹਿਲੇ ਵਾਲੀ ਇੰਟਰਵਿਊ, ਉਹਦੇ ਸੁਪ੍ਰੀਤ ਜੀ ਸਾਫ਼ ਕਹਿ ਰਹੇ ਸੀ ਕਿ ਐਮਰਜੈਂਸੀ ਜਿਹੜੀ ਹੈ ਉਹ ਮਸਟ ਹੈ, ਉਹ ਹੋਣੀ ਚਾਹੀਦੀ ਹੈ। ਬਿਲਕੁਲ ਉੱਥੇ ਕੋਈ ਐਮਰਜੈਂਸੀ ਨਹੀਂ ਸੀ। ਸਰ ਮੁੱਦੇ ਦੀ ਗੱਲ ਹੈਗੀ ਹੈ ਕਿ ਇਹਨਾਂ ਦੀ ਜਿਹੜੀ ਨੀਅਤ ਹੈ, ਇਹਨਾਂ ਦੀ ਨੀਅਤ ਸੇਵਾ ਭਾਵਨਾ ਦੀ ਨੀਅਤ ਨਹੀਂ ਹੈ। ਇਹ ਜਿਹੜਾ ਡਾਇਲਿਸਿਸ ਸੈਂਟਰ ਜਿਹੜਾ ਹੈ ਸੇਵਾ ਭਾਵਨਾ ਕਰਕੇ ਨਹੀਂ ਖੋਲਿਆ ਗਿਆ। ਇਹ ਡਾਇਲਿਸਿਸ ਸੈਂਟਰ ਇਸ ਕਰਕੇ ਖੋਲਿਆ ਗਿਆ ਕਿ ਜਿਹੜੀ ਪੁਰਾਣੀ ਕਮੇਟੀ ਸੀ ਉਹਨੂੰ ਬਦਨਾਮ ਕੀਤਾ ਜਾ ਸਕੇ। ਅਸੀਂ 8 ਸਾਲ ਤੋਂ ਜਿਹੜੀ ਬਾਦਲ ਦਲ ਦੀ ਕਮੇਟੀ ਹੈਗੀ ਹੈ, ਇਹ 550 ਬੈੱਡ ਦਾ ਹਸਪੀਟਲ ਦੀ ਕਮਿਟਮੈਂਟ ਦੇ ਕੇ ਆਏ ਸੀ, ਪਰ 8 ਸਾਲ ਦੇ ਅੰਦਰ ਮੈਂ ਕਹਿੰਦਾ 550 ਹਸਪੀਟਲ ਦੇ ਨਾਂ ਦੇ ਉੱਤੇ ਇੱਕ ਇੱਟ ਵੀ ਨਹੀਂ ਲਾਈ ਗਈ ਇਹਨਾਂ ਤੋਂ ਜੀ। ਤੇ ਮੁੱਦੇ ਦੀ ਗੱਲ ਇਹ ਨਿਕਲ ਕੇ ਆਂਦੀ ਹੈਗੀ ਕਿ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਹੈ ਆਪਣੇ ਦਮ ਤੇ ਹਸਪੀਟਲ ਨਹੀਂ ਚਲਾ ਸਕਦੀ। ਇਹਨਾਂ ਨੂੰ ਇੱਕ ਅੱਛੀ ਪ੍ਰੋਫੈਸ਼ਨਲ ਬੋਡੀ ਦੀ ਲੋੜ ਹੈਗੀ ਹੈ। ਉਹ ਪ੍ਰੋਫੈਸ਼ਨਲ ਬੋਡੀ ਕਿਵੇਂ ਹੋਣੀ ਚਾਹੀਦੀ ਹੈ, ਔਰ ਡਾਕਟਰ ਦੀ ਜਿਹੜੀ ਪ੍ਰੋਫੈਸ਼ਨਲ ਕਮੇਟੀ ਹੈਗੀ ਹੈ ਤਾਂ ਦਿੱਲੀ ਗੁਰਦੁਆਰਾ ਕਮੇਟੀ ਜਨਰਲ ਹਾਊਸ ਦੇ ਅੰਦਰ ਮਤਾ ਪਾਸ ਕਰਦੀ, ਐਗਜ਼ੀਕਿਊਟਿਵ ਦਾ ਮਤਾ ਪਾਸ ਕਰਦੀ, ਡਾਕਟਰਸ ਦੀ ਜਿਹੜੀ ਕੋਲੈਬੋਰੇਸ਼ਨ ਵਾਲੀ ਕਮੇਟੀ ਹੈ ਉਹਨੂੰ ਬੁਲਾਉਂਦੀ। ਅਸੀਂ ਬਾਰ-ਬਾਰ ਇਹਨਾਂ ਨੂੰ ਕਹਿ ਵੀ ਚੁੱਕੇ ਹਾਂ ਕਿ ਅਸੀਂ ਭਾਈ ਵੀਰ ਸਿੰਘ ਸਦਨ ਦੇ ਅੰਦਰ ਤੁਹਾਡੇ ਨਾਲ ਡਾਕਟਰਸ ਦੀ ਮੀਟਿੰਗ ਬੁਲਾਈ ਸੀ, ਤੁਸੀਂ ਉਹਨਾਂ ਨੂੰ ਬੁਲਾਉਂਦੇ, ਤੁਸੀਂ ਉਹਨਾਂ ਦੀ ਐਕਸਪਰਟਾਈਜ਼ ਲੈਂਦੇ, ਉਹਨਾਂ ਦੀ ਸਲਾਹ ਲੈਂਦੇ, ਉਹਨਾਂ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਇਸ ਚੀਜ਼ ਨੂੰ ਸ਼ੁਰੂ ਕਰਦੇ। ਬਹੁਤ ਜਲਦਬਾਜ਼ੀ ਦੇ ਅੰਦਰ ਇੱਕ ਇਲੈਕਸ਼ਨ ਪ੍ਰੋਪੋਗੈਂਡਾ ਕਰਨ ਦੇ ਲਈ ਗੁਰੂ ਦੀ ਗੋਲਕ ਖਰਚ ਕੇ ਪੂਰਾ ਦਾ ਪੂਰਾ ਸੋਸ਼ਲ ਮੀਡੀਆ, ਪੂਰਾ ਇਲੈਕਟ੍ਰਿਕ ਮੀਡੀਆ, ਪੂਰਾ ਪ੍ਰਿੰਟ ਮੀਡੀਆ ਨੂੰ ਉੱਥੇ ਸੱਦਿਆ ਗਿਆ। ਮੈਂ ਕਹਿੰਦਾ ਉਹ ਪੈਸਾ ਕਿੱਦਾਂ ਸੀ? ਉਹ ਤੇ ਸੰਗਤ ਦਾ ਦਸਵੰਧ ਸੀ ਨਾ, ਕਿਸੇ ਦੇ ਘਰ ਦਾ ਪੈਸਾ ਥੋੜੀ ਲੱਗ ਰਿਹਾ ਹੈਗਾ। ਇਹ ਤੇ ਸੰਗਤ ਨੇ ਜਿਹੜੇ ਗੁਰੂ ਦੀ ਗੋਲਕ ਦੇ ਅੰਦਰ ਦਸਵੰਧ ਪਾਇਆ ਹੈਗਾ, ਉਸ ਦਸਵੰਧ ਨੂੰ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਇਹਨਾਂ ਨੇ ਉਹ ਯੂਜ਼ ਕੀਤਾ ਹੈਗਾ। ਤੇ ਡਾਇਲਿਸਿਸ ਸੈਂਟਰ ਇੱਕ ਸੇਵਾ ਦੀ ਭਾਵਨਾ ਨਾ ਹੋ ਕੇ ਇੱਕ ਰਾਜਨੀਤਿਕ ਮੁੱਦਾ ਬਣ ਗਿਆ ਹੈ। ਸੁਪੀ ਸਿੰਘ ਜੀ ਤੇ ਅਸੀਂ ਪਰਮਜੀਤ ਵੀਰ ਜੀ ਕੋਲ ਆਵਾਂਗੇ। ਪਰਮਜੀਤ ਸਿੰਘ ਜੀ, ਇਹ ਜਿਹੜਾ ਮੁੱਦਾ ਵੇ ਰਾਜਨੀਤੀ ਮੁੱਦਾ ਬਣ ਗਿਆ ਵੇ, ਇਹ ਸਾਰੇ ਮੁੱਦੇ ਰਾਜਨੀਤੀ ਮੁੱਦੇ ਨੂੰ ਚਮਕਾਉਣ ਵਾਸਤੇ ਸੰਗਤ ਦਾ ਪੈਸਾ ਯੂਜ਼ ਕੀਤਾ ਗਿਆ ਵੇ। ਬਣਨਾ ਚਾਹੀਦਾ ਸੀਗਾ ਹਸਪਤਾਲ ਬਣਾ, ਉੱਥੇ ਡਾਇਲਿਸਿਸ ਸੈਂਟਰ ਦਿੱਤਾ ਗਿਆ ਵੇ। ਇੰਨੇ ਕਪਲੇ ਇਹ ਸਿਰਫ 1 ਮਹੀਨੇ ਦੇ ਵਿੱਚ ਹੋਏ ਨੇ। ਮਤਲਬ ਅਗਰ ਅਸੀਂ ਛੋਟੇ ਕਪਲੇ ਵੀ ਨਾ ਗਿਣੀਏ, ਬੜੇ ਵੱਡੇ ਕਪਲੇ ਨੇ ਜਿਨ੍ਹਾਂ ਕਪਲੇ ਕਰਕੇ ਜਾਨ ਚਲੀ ਜਾਂਦੀ ਹੈ। ਸਕੂਲਾਂ ਦੀ ਫੀਸ ਨਹੀਂ ਦਿੱਤੀ ਗਈ, ਟੀਚਰਾਂ ਦੀ ਜਾਨ ਚਲੀ ਜਾਂਦੀ ਹੈ, ਜਿਹੜੀ ਤਨਖਾਹ ਨਹੀਂ ਦਿੱਤੀ ਗਈ। ਡਾਇਲਿਸਿਸ ਸੈਂਟਰ ਠੀਕ ਨਹੀਂ ਚਲਾਇਆ ਗਿਆ, ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ। ਇਹ ਕਮੇਟੀ ਕਿੱਥੇ ਜਾ ਰਹੀ ਹੈ? 10 टीचर जा चुके हैं, 10 टीचर जी तनख्वाह ना मिलने करके 10 टीचर जा चुके हैं जी। और रोंदे रहे साढ़े को पैसे नहीं है। गुरुद्वारा कमेटी के मुलाजम 6 जा चुके हैं जी। इंजीनियरिंग कॉलेज के 3 बंदे जा चुके हैं। एक थोड़ी है बस इन्हों का ही है। देखो जी वाह बना इन्होंने एक गल सुन लो, ये इस वक्त 40 लाख रुपया महीना अपना इन्होंने उत्थे बनाया हुआ रूम, 40 लाख रुपया महीना तनख्वाह दे रहे हैं। 8 लाख रुपया खबर चलाने से NDTV ਨੂੰ ਦਿੱਤਾ ਗਿਆ। हिंदुस्तान टाइम की ਜਿਹੜੀ ਸਾਈਡ ਦੀ ਮੈਗਜ਼ੀਨ ਹੈ ਉਹਦੇ ਇੱਕ ਪੇਡ ਨਿਊਜ਼ ਲੱਗੀਆਂ, ਪੂਰਾ ਪੇਜ ਇਹਨਾਂ ਨੇ 3 ਲੱਖ ਲੱਗਿਆ, 4 ਲੱਖ ਲੱਗਿਆ, ਮੈਨੂੰ ਨਹੀਂ ਪਤਾ, ਮੈਂ ਕੋਈ ਐਲੀਗੇਸ਼ਨ ਨਹੀਂ ਲੈਂਦਾ, ਪਰ 3 ਲੱਖ 4 ਲੱਖ ਤੋਂ ਘੱਟ ਨਹੀਂ ਲੱਗ ਸਕਦਾ। ਦੱਸੋ ਗੁਰਦੁਆਰਾ ਕਮੇਟੀ ਹੈ, ਲੋਕਾਂ ਦਾ 1 ਰੁਪਇਆ 10 ਰੁਪਏ ਮੱਥਾ ਟੇਕਦੇ ਨੇ, ਤੁਸੀਂ ਉਹਦਾ ਨਾਂ ਕਿ ਐਡਵਰਟਾਈਜ਼ਮੈਂਟ ਵਾਸਤੇ ਅਖਬਾਰਾਂ ਦੇ ਫੁੱਲ ਪੇਜ ਜਾ ਰਹੇ ਹੋ, NDTV ਨੂੰ ਦੇ ਰਹੇ ਹੋ, ਇੰਡੀਆ TV ਨੂੰ ਦੇ ਰਹੇ ਹੋ। ਅੱਜ ਕੋਈ TV ਤੁਸੀਂ ਕੋ ਹਿੰਦੁਸਤਾਨ ਦੇ ਵਿੱਚ ਤੁਹਾਡੀ ਖਬਰ ਲਾਉਣ ਵਾਸਤੇ ਵੀ ਕਹਿ ਦੇਗਾ ਪੈਸੇ ਕਿੰਨੇ ਦੇ ਰਹੇ ਜੀ। ਜੀ ਹਾਂ, ਸਾਰਾ ਕਮਰਸ਼ਲਾਈਜ਼ ਹੋ ਗਿਆ ਬਿਲਕੁਲ ਕੰਮ, ਔਰ ਇਹਨਾਂ ਨੇ ਕਰਤਾ ਬਿਲਕੁਲ। ਅਸੀਂ ਕਦੀ ਸੁਪਨਾ ਨਹੀਂ ਸੀ ਲੈ ਸਕਦੇ ਬਈ TV ਵਾਲਿਆਂ ਨੂੰ ਬੁਲਾਵਾਂਗੇ, ਇਹਨਾਂ ਨੂੰ ਪੈਸੇ ਦੇਵਾਂਗੇ। ਵੀ ਹੈਵ ਨੈਵਰ ਡ੍ਰੀਮ ਆਫ ਇਟ। ਇਹ ਸਿਰਫ 21 ਸਾਲ इश्तिहार लगे हुए दिल्ली दी कंधा ते, 21 साल कुछ नहीं होया। 21 साल बाद 100 डायलिसिस का शुरू हो गया, और फिर इठा लिखते हैं पूछो डायलिसिस खाली किडनी दी होंदी है, किडनी डायलिसिस और किसी डायलिसिस होंदी है। जेड़ा डायलिसिस करा रहा है वो तो ऑलरेडी बीमार है, अगर उसे 2-4 घंटे लेट हो जाएंगे तो जाएगा ही जाएगा। तुसी इन्हां इतना ही पता नहीं। देखो ਅਸੀਂ ਜਦ ਹਸਪਤਾਲ ਦਾ ਕੀਤਾ ਸੀ, ਇੱਕ ਕੋਲੈਬੋਰੇਸ਼ਨ ਇਸ ਵਾਸਤੇ ਕੀਤਾ ਸੀ ਜਿਹੜਾ ਟਾਪ ਮੋਸਟ ਸਭ ਤੋਂ ਮੈਂ
ਹਸਪਤਾਲ ਔਰ ਸਭ ਤੋਂ ਵਧੀਆ ਬੀਏ ਕਪੂਰ ਬਣਿਆ ਜਾ ਰਿਹਾ ਜੀ ਸਾਡਾ ਉਹਦੇ ਨਾਲ ਟਾਈ ਅਪ ਸੀ, ਕਿਉਂਕਿ ਵੀ ਆਰ ਨਾਟ ਕੈਪੇਬਲ। ਇਹ ਮੈਨੂੰ ਖਿਆਲ ਕਿੱਥੋਂ ਆਇਆ ਹੈ, ਜਦ ਬੰਗਲਾ ਸਾਹਿਬ ਹਸਪਤਾਲ ਅਸੀਂ ਸ਼ੁਰੂ ਕੀਤਾ ਤੇ ਇਹਨਾਂ ਦੀਆਂ ਘਰ ਦੀਆਂ ਨੌਕਰਾਣੀਆਂ ਉੱਥੇ ਨਰਸਾਂ ਬਣ ਗਈਆਂ, ਨਰਸਾਂ ਜਾ ਕੇ ਫਿਜ਼ੀਓਥੈਰੇਪਿਸਟ ਬਣ ਗਈਆਂ। ਇਹ ਕੀ ਮਸਲਾ ਹੋਇਆ? ਇਹ ਤਾਂ ਕੱਲ ਡਾਕਟਰ ਵੀ ਬਣਾ ਦੇਣਗੇ ਇਹਨਾਂ ਨੂੰ। ਤਾਂ ਮੈਂ ਕਿਹਾ ਵੀ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਡਿਸਪੈਂਸਰੀ ਵਗੈਰਾ ਹਸਪਤਾਲ ਚਲਾ ਸਕਦੀਆਂ ਟੈਂਪਰੇਰੀ, ਕਿਉਂਕਿ ਸਾਡੇ ਬੰਗਲਾ ਸਾਹਿਬ ਸੇਵਾ ਕਰਨ ਵਾਸਤੇ ਟਾਪ ਦੇ ਡਾਕਟਰ ਆਉਂਦੇ, ਉਹਨਾਂ ਦੀ ਸੇਵਾ ਹੋ ਜਾਂਦੀ ਸੀ, ਪਰ ਪਰਮਾਨੈਂਟ ਵਾਸਤੇ ਜੋ ਸੇਵਾ ਨਹੀਂ, ਉਹ ਘੰਟਾ 2 ਘੰਟਾ 3 ਘੰਟੇ ਦੇ ਬਾਅਦ ਨਹੀਂ ਲਾ ਸਕਦੇ ਸਨ। 1 ਘੰਟਾ ਸਵੇਰੇ ਆਉਂਦੇ ਸਨ, 1 ਘੰਟਾ ਸ਼ਾਮੀ ਆਉਂਦੇ ਸਨ। ਦੇਖੋ ਕੋਈ ਵੀਐਨ ਨਹੀਂ ਹੈਗਾ, ਵੀਐਨ ਇੱਕ ਹੈ, ਪੈਸਾ ਕਿਤੋਂ ਖਾਣਾ, ਲੋਕਾਂ ਨੂੰ ਬੇਵਕੂਫ ਬਣਾਉਣਾ, ਬਸ ਸੰਗਤ ਨੂੰ ਇਹ ਕਹਿੰਦੇ ਬੇਵਕੂਫ ਬਣਾ ਕੇ ਅਸੀਂ ਦੁਬਾਰਾ ਇਲੈਕਸ਼ਨ ਜਿੱਤਾਂਗੇ ਜੀ, ਹੋਰ ਕੋਈ ਮੁੱਦਾ ਨਹੀਂ ਹੈ। ਮੈਂ ਇਸ ਹਸਪਤਾਲ ਬਾਰੇ ਬਿਲਕੁਲ ਨਹੀਂ ਬੋਲਿਆ। ਮੈਨੂੰ ਕਈਆਂ ਨੇ ਪੁੱਛਿਆ ਬਈ ਤੁਸੀਂ ਕੁਝ ਕਮੈਂਟ ਦਿਓ, ਮੈਂ ਕਿਹਾ ਮੈਨੂੰ ਹਾਲੇ ਪਤਾ ਹੀ ਨਹੀਂ। ਮੇਰੇ ਕੋਲ ਜਿਵੇਂ ਹਰਿੰਦਰਪਾਲ ਸਿੰਘ ਨੇ ਕਿਹਾ ਵੀ ਜਿਹੜਾ ਤੁਸੀਂ ਐਗਰੀਮੈਂਟ ਕੀਤਾ ਸਾਹਮਣੇ ਲਿਆਓ, ਜੇ ਐਗਜ਼ੈਕਟਿਵ ਦੇ ਮੈਂਬਰਾਂ ਨੂੰ ਨਹੀਂ ਪਤਾ ਤਾਂ ਸਾਨੂੰ ਕਿੱਥੋਂ ਹੋਣਾ? ਇਹਨਾਂ ਕੋਈ ਗੱਲ ਨਹੀਂ ਕੀਤੀ, ਬਿਲਕੁਲ ਕੋਈ ਗੱਲ ਨਹੀਂ ਕੀਤੀ। ਮੈਂ ਕਿਹਾ ਜਦ ਤੱਕ ਸਾਹਮਣੇ ਨਹੀਂ ਆਏਗਾ ਤਦ ਤੱਕ ਅਸੀਂ ਕੋਈ ਗੱਲ ਨਹੀਂ ਕਰਾਂਗੇ। ਅਸੀਂ ਅੱਜ ਗਏ ਹਾਂ ਵੀ ਸ਼ਾਇਦ ਐਗਰੀਮੈਂਟ ਸਾਨੂੰ ਮਿਲ ਜਾਏ, ਔਰ ਮੈਂ ਸਮਝਾਂ ਕਿ ਜਿਹੜੀ ਕੰਪਨੀ ਨੇ ਕੀਤਾ ਹੈ ਹੁਣ ਉਹ ਪ੍ਰੈਸ਼ਰ 'ਚ ਆ ਗਈ ਹੈ। ਅਸੀਂ ਕਹਾਂਗੇ ਅਸੀਂ ਤੁਹਾਨੂੰ ਕੋਈ ਨਹੀਂ ਕਹਿੰਦੇ, ਪਰ ਐਗਰੀਮੈਂਟ ਦੱਸੋ। ਉਸ ਐਗਰੀਮੈਂਟ 'ਚ ਕਿੰਨੀਆਂ ਬੇਈਮਾਨੀਆਂ ਹੋਣਗੀਆਂ। ਇਹਦੇ ਐਗਜ਼ੈਕਟਿਵ ਦੇ ਮੈਂਬਰ ਹੈਗੇ ਸਾਰੇ ਹਰਿੰਦਰਪਾਲ ਸਿੰਘ, ਇਕੱਠੇ ਹੋ ਕੇ ਕੁਝ ਨਾ ਕੁਝ ਕਰਨਗੇ ਗੱਲ, ਹਾਲੇ ਭਾਵੇਂ 10 ਦਿਨ ਰਹਿ ਗਏ ਤੇ ਭਾਵੇਂ 15 ਦਿਨ ਰਹਿ ਗਏ ਜੀ। ਹਰਿੰਦਰਪਾਲ ਵੀਰ ਜੀ, ਕਾਨੂੰਨਨ ਇਸ ਜਿਹੜੀ ਐਨਜੀਓ ਨੂੰ ਇਹਨਾਂ ਨੇ ਹਸਪਤਾਲ ਦਿੱਤਾ ਹੈ, ਸਾਡੀ ਬਾਲਾ ਸਾਹਿਬ ਦੀ ਜਿਹੜੀ ਜਗ੍ਹਾ ਦਿੱਤੀ ਹੈ, ਫਰੰਟ ਦੀ ਜਗ੍ਹਾ ਦੇ ਦਿੱਤੀ ਹੈ, ਔਰ ਜਿੱਥੇ ਅਸੀਂ ਹਸਪਤਾਲ ਬਣਾਉਣ ਦਾ ਸੁਪਨਾ ਲੈ ਰਹੇ ਸੀਗੇ, ਜਿੱਥੇ ਅਸੀਂ ਬੱਚਿਆਂ ਦੇ ਮੈਡੀਕਲ ਕਾਲਜ ਦਾ ਸੁਪਨਾ ਲੈ ਰਹੇ ਸੀਗੇ, ਉਹ ਤੇ ਇਹਨਾਂ ਨੇ ਆਲਮੋਸਟ ਖਤਮ ਕਰਤਾ ਹੈ। ਕੀ ਕਾਨੂੰਨਨ ਹਜੇ ਵੀ ਕੋਈ ਗੁੰਜਾਇਸ਼ ਹੈ ਕਿ ਇਹ ਜਿਹੜਾ ਇਹਨਾਂ ਨੇ ਗਲਤ ਕੰਟਰੈਕਟ ਕਰਕੇ ਗੁਰਦੁਆਰੇ ਦੀ ਜ਼ਮੀਨ ਕਿਸੇ ਐਨਜੀਓ ਨੂੰ ਦਿੱਤੀ, ਉਹ ਰਿਵੋਕ ਕਰ ਸਕਦੇ ਹਾਂ ਅਸੀਂ? ਨਹੀਂ, ਰਿਵੋਕ ਤਾਂ ਦੇਖੋ, ਜੇ ਇੰਨਾ ਵੱਡਾ ਅੱਜ ਹਾਦਸਾ ਹੋ ਗਿਆ ਔਰ ਅਗਰ ਨੈਗਲੀਜੈਂਸ ਨਾਲ ਹੋਇਆ ਹੈ, ਪੂਰੀ ਅਜੇ ਰਿਪੋਰਟ ਨਹੀਂ ਹੈ, ਅਗਰ ਨੈਗਲੀਜੈਂਸ ਨਾਲ ਹੋਇਆ ਹੈ ਤਾਂ ਰਿਵੋਕ ਤਾਂ ਜਿਹੜੀ ਅਗਲੀ ਕਮੇਟੀ ਆਏਗੀ ਉਹ ਕਰੇਗੀ। ਪਰ ਮੈਂ ਗੱਲ ਕੁਝ ਹੋਰ ਕਹਿਣਾ ਚਾਹੁੰਦਾ ਸਵਰਨ। ਨਹੀਂ ਇਹ ਤਾਂ ਹਰਿੰਦਰਪਾਲ ਸਿੰਘ ਇੱਕ ਮਿੰਟ ਦੇਖੋ, ਗੱਲ ਹੈ ਕਿ ਸਾਨੂੰ ਲੀਗਲ ਓਪੀਨੀਅਨ ਲੈਣੀ ਪਏਗੀ। ਅਗਰ ਨਵੀਂ ਕਮੇਟੀ ਆ ਕੇ ਇਸ ਨੂੰ ਰਿਵੋਕ ਕਰੇਗੀ, ਫਿਰ ਜਿਹੜਾ ਸਾਡੇ 500 ਬੈੱਡ ਦਾ ਹਸਪਤਾਲ ਬਣਾਉਣ ਵਾਸਤੇ ਉਹ ਕਹਿਣਗੇ ਕਿ ਜਿਹੜੀ ਨਵੀਂ ਕਮੇਟੀ ਆਏਗੀ ਰਿਵੋਕ ਕਰੇਗੀ, ਅਸੀਂ ਕੰਮ ਨਹੀਂ ਕਰ ਰਹੇ ਇਹਨਾਂ ਨਾਲ, ਸਾਡਾ ਸੁਪਨਾ ਪੂਰਾ ਹੀ ਨਹੀਂ ਹੋ ਸਕਦਾ। ਅਸੀਂ ਟੈਕਨੀਕਲ ਲੀਗਲੀ ਦੇਖਾਂਗੇ ਕੀ ਹੈ ਕੀ ਨਹੀਂ, ਉਹਦੇ ਚ ਖਾਮੀ ਹੋਏਗੀ ਤੇ ਕਰਾਂਗੇ। ਪਰ ਜਿਵੇਂ ਅਸੀਂ ਰਿਵੋਕ ਕਰਦੇ ਰਹਾਂਗੇ ਤਾਂ ਫਿਰ ਸਾਡਾ ਹਸਪਤਾਲ ਨਹੀਂ ਚਲੇਗਾ। ਨੋਬਡੀ ਵਿਲ ਟਰਸਟ ਅਸ। ਮੈਂ ਕਹਿਣਾ ਇਹ ਚਾਹਨਾ ਕਿ ਮੈਨੂੰ ਤਾਂ ਬਾਣੀ ਦੀ ਲਾਈਨ ਵੀ ਯਾਦ ਆ ਰਹੀ ਸੀ ਕਿ ਜੋ ਇਹ ਪਰਪੰਚ ਹੋ ਰਹੇ ਨੇ, ਉਹ ਹੈ ਨਾ, ਅੰਦਰੋਂ ਅੰਨਾ ਬਾਹਰੋਂ ਅੰਨਾ ਕੁੜੀ ਕੁੜੀ ਗਾਵੇ, ਦੇਈ ਧੋਵੇ ਚੱਕਰ ਬਣਾਏ ਮਾਇਆ ਕੋ ਬਤਾਵੇ। ਦੁਨੀਆ ਨੂੰ ਆਪਣੀ ਉਤਲੀ ਜਿਹੜੀ ਹੈ ਉਹ ਸ਼ਾਨ ਦਿਖਾ ਦੇਣੀ, ਪਰ ਅੰਦਰੋਂ ਜਿਹੜਾ ਹੈ ਉਹ ਕੁਝ ਉਹਦੇ ਇਰਾਦੇ ਹੋਰ ਨੇ। ਮੈਂ ਇੱਕ ਗੱਲ ਹੋਰ ਕਹਿਣਾ ਸਵਰਨਜੀਤ ਜੀ, ਜਦੋਂ ਤੁਹਾਡੇ ਆਪਣਾ ਘਰ ਜਿਹੜਾ ਤੁਹਾਡਾ ਬਜਟ ਹੈ, ਤੁਹਾਡੇ ਸਕੂਲ ਜਿਹੜੇ ਨੇ ਉਹ ਇੰਨੀ ਵੱਡੇ ਕ੍ਰਾਈਸਿਸ 'ਚ ਨੇ, ਸਕੂਲਾਂ ਦੀਆਂ ਜਿਹੜੀਆਂ ਨੇ ਉਹ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, PF ਨਹੀਂ ਦਿੱਤੇ ਜਾ ਰਹੇ, ਸੇਵਾਦਾਰ, ਮੈਂ ਇੱਕ ਗ੍ਰੰਥੀ ਸਾਹਿਬਾਨ ਮੈਨੂੰ ਆ ਕੇ ਮਿਲੇ, ਕਹਿੰਦੇ ਮੈਂ 8 ਮਹੀਨੇ ਦਾ ਰਿਟਾਇਰ ਹੋ ਗਿਆ ਪਰ ਮੇਰੇ ਜਿਹੜੇ ਡਿਊਜ਼ ਨੇ ਗੁਰਦੁਆਰੇ ਤੋਂ ਨਹੀਂ ਮਿਲੇ। ਤਾਂ ਮੈਂ ਸਵਾਲ ਇਹ ਹੈ ਕਿ ਜਦੋਂ ਤੁਸੀਂ ਇੰਨੇ ਵੱਡੇ ਕ੍ਰਾਈਸਿਸ ਤੋਂ ਇਤਨੇ ਜ਼ਬਰਦਸਤ ਦੌਰ ਚੋਂ ਨਿਕਲ ਰਹੇ ਹੋ, ਤੁਸੀਂ ਉਸ ਟਾਈਮ ਗੁਰਦੁਆਰੇ ਦੀ ਤੁਹਾਡੀ ਸਾਰੀ એનર્ਜੀ ਤਾਂ ਚਾਹੀਦੀ ਸੀ ਕਿ ਆਪਣੇ ਸਟਾਫ ਨੂੰ, ਚਾਹੇ ਉਹ ਸਕੂਲ ਦੇ ਨੇ ਔਰ ਚਾਹੇ ਉਹ ਜਿਹੜੇ ਨੇ ਉਹ ਗੁਰਦੁਆਰੇ ਦੇ ਨੇ, ਸੱਚੀ ਦੱਸ ਰਿਹਾ, ਲੇਡੀਜ਼ ਵਿਚਾਰੀਆਂ ਜਿਨ੍ਹਾਂ ਨੂੰ ਤਨਖਾਹ ਨਹੀਂ ਸਹੀ ਤਰੀਕੇ ਮਿਲ ਰਹੀਆਂ, ਉਹ ਗਰਮੀ ਦੇ ਵਿੱਚ ਜਾ ਕੇ ਪਰਸੋਂ ਨਰਸੋਂ ਜਾ ਕੇ ਉੱਥੇ ਗੁਰਦੁਆਰੇ ਦੇ ਵਿੱਚ ਉਹ ਧੁੱਪ ਤੇ ਖੜੀਆਂ ਤੇ ਪ੍ਰੋਟੈਸਟ ਕਰ ਰਹੀਆਂ ਨੇ। ਕਿਉਂ ਉਹਨਾਂ ਨੂੰ ਪ੍ਰੋਟੈਸਟ ਕਰਨਾ ਪਵੇ? ਉਹ ਵੀ ਗੁਰਦੁਆਰੇ ਦੇ ਵਿੱਚ ਆ ਕੇ ਪ੍ਰੋਟੈਸਟ ਕਰ ਰਹੇ ਨੇ। ਅਸੀਂ ਇਤਨੇ ਔਰ ਇੱਕ ਗੱਲ ਮੈਂ ਇੱਥੇ ਕਹਿ ਚਲਾਂ ਕਿ ਜਦੋਂ ਉਹ ਪ੍ਰੋਟੈਸਟ ਕਰ, ਬੇਸਿਕਲੀ ਉਹ ਵਿਚਾਰੀਆਂ ਮੈਮੋਰੈਂਡਮ ਦੇਣ ਗਈਆਂ ਸਨ ਤੇ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਇਨਫੋਰਮ ਕੀਤਾ ਸੀਗਾ ਈਮੇਲ ਰਾਹੀਂ ਕਿ ਅਸੀਂ ਤੁਹਾਡੇ ਕੋਲ ਆ ਰਹੇ ਹਾਂ, ਤੇ ਪ੍ਰਧਾਨ ਸਾਹਿਬ ਜਿਹੜੇ 2-2 ਮਿੰਟ ਬਾਅਦ ਸੋਸ਼ਲ ਮੀਡੀਆ ਤੇ ਆਉਂਦੇ ਨੇ, ਉਹਨਾਂ ਕੋਲ ਇੰਨੀ ਜ਼ਹਿਮਤ ਨਹੀਂ ਹੋਈ ਕਿ ਉਹ ਟੀਚਰਾਂ ਨੂੰ ਆ ਕੇ ਉੱਥੇ ਮਿਲ ਸਕਣ। ਮੈਂ ਕਹਿਣਾ ਇਹ ਚਾਹਨਾ ਕਿ ਜਦੋਂ ਸਾਡੇ ਕੋਲ ਨਾ ਘਰ ਵਿੱਚ ਪੈਸਾ ਹੈ, ਅਸੀਂ ਆਪਣੇ ਬੰਦਿਆਂ ਨੂੰ ਜਿਹੜੇ ਸਾਡੇ ਇੱਥੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸਕੂਲਾਂ ਔਰ ਗੁਰਦੁਆਰੇ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਹੈ ਪੂਰੀ ਆਪਣੀ ਸੇਵਾ ਦੇ ਵਿੱਚ ਜਾਂ
ਕੰਮ ਕਰਦੇ ਹੋਏ ਲਗਾ ਦਿੱਤੀ, ਅਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾ ਰਹੇ, ਤਾਂ ਤੁਹਾਨੂੰ ਜਲਦੀ ਕੀ ਸੀ ਕਿ ਤੁਸੀਂ ਕਿਸੇ NGO ਨਾਲ ਬੈਠ ਕੇ ਰਲ ਕੇ ਕੰਟਰੈਕਟ, ਐਸਾ ਕੰਟਰੈਕਟ ਜਿਹੜਾ ਕੰਟਰੈਕਟ ਤੁਸੀਂ ਓਪਨ ਵੀ ਨਹੀਂ ਕਰ ਰਹੇ, ਤੁਸੀਂ ਉਹ ਉੱਥੇ ਸ਼ੁਰੂ ਕਰ ਰਹੇ ਹੋ। ਇਹ ਟੋਟਲ ਤੇ ਟੋਟਲ ਇਹਦਾ ਜਿਹੜਾ ਕਸੂਰਵਾਰ ਹੈ ਉਹ ਹੈ ਇਲੈਕਸ਼ਨ। ਇਲੈਕਸ਼ਨ ਆ ਗਿਆ ਮਹੀਨੇ ਬਾਅਦ, ਜਿਹੜੀ ਇਹ ਪਿੱਛੇ ਹੈ ਨਾ ਮਾਇਆ ਕੋ ਉਹ ਧਾਵੇ, ਇਹ ਅਟੈਂਸ਼ਨ ਤਾਂ ਉੱਥੇ ਸੀਗੀ ਜੀ, ਇਹ ਟੈਨਸ਼ਨ ਨਹੀਂ ਸੀ। ਜੇ ਸੱਚਮੁੱਚ ਤੁਸੀਂ ਡਾਇਲਿਸਿਸ ਕੀਤਾ ਸੀ, ਘੱਟ ਤੋਂ ਘੱਟ 1 ਮਹੀਨਾ ਤਾਂ ਆਪਣੀ ਨਿਗਰਾਨੀ ਹੇਠਾਂ ਦੇਖਦੇ, ਜਾ ਕੇ ਉੱਥੇ ਬੈਠਦੇ ਵੀ ਕਿ ਜਿਹੜੇ ਉੱਥੇ ਲੋਕ ਆਏ ਨੇ, ਤੁਹਾਡੇ ਕੋਲ 30 ਬੈੱਡ ਨੇ, ਬਾਹਰ 1000 ਬੰਦਾ ਖੜਾ ਹੈ, ਤੁਸੀਂ ਮਤਲਬ ਜੇ ਕਿਸੇ ਬੰਦੇ ਨੂੰ ਉੱਥੇ ਚੰਗੇ ਭਲੇ ਨੂੰ ਜਿਹੜਾ ਉਸ ਨੂੰ ਕੋਈ ਪ੍ਰੋਬਲਮ ਆ ਜਾਏ, ਤੁਹਾਡੇ ਕੋਲ ਉੱਥੇ ਕੋਈ ਇੰਤਜ਼ਾਮ ਨਹੀਂ ਹੈ। ਤਾਂ ਮੈਂ ਕਹਿਣਾ ਚਾਹੁੰਦਾ ਕਿ ਅਗਰ ਗੁਰਦੁਆਰੇ ਦਾ ਪ੍ਰਬੰਧ ਤੁਹਾਨੂੰ ਮਿਲਿਆ ਹੋਇਆ ਸੀ, ਤੁਸੀਂ ਤਨਦੇਹੀ ਨਾਲ ਜੋ ਗੁਰਦੁਆਰੇ ਦੀਆਂ ਜਿਹੜੀਆਂ ਮਰਿਆਦਾਵਾਂ ਨੇ, ਕੋਡ ਆਫ ਕੰਡਕਟ ਹੈ, ਤੁਸੀਂ ਉਸ ਹਿਸਾਬ ਚੱਲੋ। ਤੁਸੀਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਕਰ ਦਿੱਤਾ ਕਿ ਜਿਵੇਂ ਗਵਰਨਮੈਂਟ ਆਫ ਇੰਡੀਆ ਤੋਂ ਵੀ ਉੱਤੇ ਹੋ ਗਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਵੀ ਬਿਲੋਂਗ ਟੂ ਮਿਨੋਰਿਟੀ ਕਮਿਊਨਿਟੀ ਸਰ ਜੀ, ਸਾਨੂੰ ਵੀ ਵਿਲ ਹੈਵ ਟੂ ਸਰਵਾਈਵ ਵਿਦ ਆਵਰ ਕੁਆਲਿਟੀਜ਼, ਔਰ ਅਸੀਂ ਕੁਆਲਿਟੀਜ਼ ਨਾਲ ਸਰਵਾਈਵ ਕਰਾਂਗੇ। ਲੇਕਿਨ ਅਗਰ ਇਸ ਤਰ੍ਹਾਂ ਦੇ ਹਾਦਸੇ ਹੋ ਜਾਣਗੇ, ਸਾਡੇ ਆਪਣੇ ਪਰਿਵਾਰ, ਸਾਡੇ ਆਪਣੇ ਟੀਚਰ, ਸਾਡੇ ਆਪਣੇ ਸੇਵਾਦਾਰ, ਕਲਰਕ, ਦੇ ਆਰ ਇਨ ਕ੍ਰਾਈਸਿਸ, ਔਰ ਅਸੀਂ ਦਿਖਾਵੇ ਲਈ ਮਤਲਬ ਇਹ ਕਰ ਰਹੇ ਹਾਂ। ਤਾਂ ਪਲੀਜ਼ ਮੈਂ ਤੁਹਾਡੇ ਇਸ ਚੈਨਲ ਰਾਹੀਂ ਮੈਂ ਜਿਹੜੀ ਸੰਗਤ ਜਾਂ ਜਿਹੜੇ ਮਾਸਿਸ ਦੇਖ ਰਹੇ ਨੇ, ਮੈਂ ਉਹਨਾਂ ਨੂੰ ਹੀ ਅਵੇਅਰ ਕਰਨਾ ਚਾਹਨਾ ਕਿ ਪਲੀਜ਼ ਅਗਰ ਇਹ ਦੌਰ ਚੱਲ ਰਿਹਾ ਹੈ ਇਲੈਕਸ਼ਨ ਦਾ, ਤੇ ਤੁਸੀਂ ਇਹਨਾਂ ਗੱਲਾਂ ਦੇ, ਇਹਨਾਂ ਪਰਪੰਚਾਂ ਦੇ ਪ੍ਰਭਾਵ ਵਿੱਚ ਨਾ ਆਣਾ। ਤੁਸੀਂ ਗੁਰਦੁਆਰੇ ਦੇ ਪ੍ਰਬੰਧ, ਸਾਡੇ ਆਪਣੇ ਬੱਚੇ, ਸਾਡੀਆਂ ਟੀਚਰ, ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਇਹ ਤੰਗ ਹੋ ਰਹੀਆਂ ਨੇ, ਉਹਨਾਂ ਦੇ ਦਿਨ ਰਾਤ ਉਹਨਾਂ ਦੇ ਇੰਨੀ ਪ੍ਰੋਬਲਮ ਹੋ ਰਹੀ ਹੈ, ਜੇ ਸੇਵਾਦਾਰਾਂ ਨੂੰ ਪ੍ਰੋਬਲਮ ਹੋ ਰਹੀ ਹੈ, ਉਸ ਨੂੰ ਬਣਾਓ ਨਾ ਆਪਣਾ ਏਜੰਡਾ ਜੀ। ਉਹ ਜਿੰਨਾ ਤੁਸੀਂ ਇਹ ਹੁਣੇ ਵੀਰ ਜੀ ਕਹਿ ਰਹੇ ਸੀ ਕਿ 40 ਲੱਖ ਰੁਪਇਆ ਉਹ ਖਰਚਿਆ ਹੋਇਆ, ਖਰਚਦੇ ਨੇ ਕੋਈ ਮੀਡੀਆ ਤੇ, ਇਸ ਮੀਡੀਆ ਤੇ ਉਹਨਾਂ ਨੂੰ ਹਾਈਲਾਈਟ ਕਰੋ ਨਾ ਕਿ ਅਸੀਂ ਇਹ ਕਰ ਦਿੱਤਾ, ਉਹਨਾਂ ਦਾ ਇਹ ਕਰ ਰਹੇ ਹਾਂ, ਇਹ ਕਰ ਰਹੇ ਹਾਂ। ਪਲੀਜ਼ ਡੋਂਟ ਡੂ ਲਾਈਕ ਦੈਟ। ਦੇਖੋ ਸਾਡੇ ਬੱਚੇ, ਸਾਡੀ ਹਾਈਲਾਈਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈ, ਸਾਡੇ ਬੱਚੇ ਇਹ ਸਭ ਦੇਖ ਰਹੇ ਨੇ ਜੀ, ਸਭ ਦੇ ਆਰ ਵਾਚਿੰਗ ਇਟ ਜੀ। ਅਸੀਂ ਹਰਿੰਦਰਪਾਲ ਜੀ ਅਸੀਂ 2 ਮਿੰਟ ਅਸੀਂ ਸਰਨਾ ਸਾਹਿਬ ਦੇ ਲੈ ਲਈਏ, ਮੇਰੇ ਖਿਆਲ ਨਾਲ ਸਮਾਂ ਬਹੁਤ ਹੋ ਗਿਆ ਤੁਹਾਡਾ ਤੇ ਮੇਰੇ ਖਿਆਲ ਸਾਡੇ ਵੀ ਆਰ ਬੀਇੰਗ ਅਬਜ਼ਰਵਡ ਜੀ। ਮੈਂ ਸਰਨਾ ਸਾਹਿਬ, ਅਖੀਰ ਵਿੱਚ ਤੁਸੀਂ ਕੁਝ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਜਿਸ ਤਰ੍ਹਾਂ ਹਰਿੰਦਰਪਾਲ ਜੀ ਨੇ ਅਪੀਲ ਕੀਤੀ ਹੈ ਸੰਗਤਾਂ ਨੂੰ, ਤੁਹਾਡੀ ਕੀ ਅਪੀਲ ਹੈ, ਔਰ ਸਪੈਸ਼ਲੀ ਅੱਜ ਦੇ ਕ੍ਰਾਈਸਿਸ ਨੂੰ ਦੇਖੋ ਗੱਲ ਹੈ ਜੀ ਕਿ ਜਿਹੜੀਆਂ ਹਰਿੰਦਰਪਾਲ ਸਿੰਘ ਨੇ ਗੱਲਾਂ ਕਹੀਆਂ ਉਹ ਕੱਟ ਗਈਆਂ, ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ। ਇੱਕ ਗੁੱਡਵਿਲ ਬਣੀ ਹੋਈ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹੜੀ ਅਸੀਂ 95 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਤੇ ਲਿਆ ਬਰਾਬਰ ਖੜਾ ਕੀਤਾ ਸੀ ਦੁਨੀਆ ਦੇ ਵਿੱਚ। ਅੱਜ ਇਹਨਾਂ ਨੇ ਸਾਰੀ ਗੁੱਡਵਿਲ ਧਾਰਮਿਕ ਤੌਰ ਤੇ, ਐਜੂਕੇਸ਼ਨ ਤੌਰ ਤੇ, ਔਰ ਰਹਿਣ ਦੀ ਖਾਣ ਦੀ ਕਸਰ ਹਸਪਤਾਲ ਦੇ ਤੌਰ ਤੇ, ਇਹ ਸਾਰੀ ਗੁੱਡਵਿਲ ਖਤਮ ਕਰਤੀ ਇਹਨਾਂ ਨੇ। ਇਹ ਪਹਿਲਾਂ ਤਾਂ ਹੋਣਾ ਹੈਗਾ ਵੀ ਇਸ ਗੁੱਡਵਿਲ ਨੂੰ ਬਣਾਵਾਂਗੇ ਕਿਵੇਂ, ਇਹਦੀ ਕਿਵੇਂ ਗੱਲ ਕਰਾਂਗੇ। ਹੁਣ ਤਾਂ ਸਿੱਧੀ ਸਪਸ਼ਟ ਗੱਲ ਹੈਗੀ, ਦਿੱਲੀ ਦੀ ਸੰਗਤ ਇਹਨਾਂ ਦੀਆਂ ਚੋਕੜੀਆਂ ਚੁਪੜੀਆਂ ਗੱਲਾਂ ਤੇ ਬਿਲਕੁਲ ਨਾ ਆਵੇ। ਇਹਨਾਂ ਤੇ ਹੈਗਾ ਅੱਗੇ ਦੌੜ ਪਿੱਛੇ ਚੋੜ, ਹਸਪਤਾਲ ਬਣਾ ਦਿਓ, ਫਲਾਨ ਬਣਾ ਦਿਓ, ਇਸ਼ਤਿਹਾਰ ਕੱਢ ਦਿਓ, ਅਖਬਾਰਾਂ ਕਢਾ ਦਿਓ। ਕੋਈ ਹਿਸਾਬ ਹੈ ਕਿਤਨੀ ਇਹਨਾਂ ਨੇ ਆਪਣੇ ਰਿਟਾਇਰਮੈਂਟ ਕਰਾਈ ਹੈ। ਅੱਜ ਸਭ ਤੋਂ ਵੱਡੀ ਸੱਟ ਲੱਗੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਗੁੱਡਵਿਲ ਸੀ ਉਹ ਇਹਨਾਂ ਨੇ ਖਤਮ ਕਰ ਦਿੱਤੀ ਬਿਲਕੁਲ। 8 ਸਾਲ ਤੋਂ ਪੈਸੇ ਮੰਗਦੇ ਪਏ, 8 ਸਾਲ ਤੋਂ। ਜਦ ਇਹਨਾਂ ਕੋਲ ਅਸੀਂ 123 ਕਰੋੜ ਛੱਡ ਕੇ ਗਏ ਸਨ, ਤਾਂ ਦੂਏ ਦਿਨ ਮੰਗਣੇ ਸ਼ੁਰੂ ਕਰਦੇ। ਅਸੀਂ ਜੀ ਅੱਜ ਉੱਤਰਾਖੰਡ ਬਾਈ ਸਪੈਸ਼ਲ ਚਾਰਟਰਡ ਪਲੇਨ ਕਰਕੇ ਜਾਣਾ 4 ਵਾਰ, ਪੈਸੇ ਦਿਓ। ਅੱਜ ਸ਼੍ਰੀਨਗਰ ਜਾਣਾ, ਪੈਸੇ ਦਿਓ। ਉਹ ਕਮਾਲ ਹੋ ਗਈ ਤੁਹਾਡੀ। ਮੈਂ ਤਾਂ ਉਸ ਵਕਤ ਸਮਝ ਲਿਆ ਸੀ ਬਈ ਇਹ ਦਿੱਲੀ ਕਮੇਟੀ ਮੈਕਸਿਮਮ 2 ਸਾਲ ਕੱਢੇਗੀ, ਉਸ ਬਾਅਦ ਛੁੱਟੀ। ਦਿੱਲੀ ਕਮੇਟੀ 100 ਕਰੋੜ ਰੁਪਏ ਨਾਲ ਨਹੀਂ ਸੀ ਮਰ ਸਕਦੀ, ਮੈਂ ਤੁਹਾਨੂੰ ਦੱਸ ਦਿਆਂ। ਬਿਲਕੁਲ ਕੁਝ ਨਹੀਂ ਸੀ ਹੋਣਾ। ਇਹ ਘੱਟੋ ਘੱਟ 300-400 ਕਰੋੜ ਰੁਪਏ ਦਾ ਕੱਪੜਾ ਨਿਕਲੇਗਾ ਜਦ ਇਹ ਜਾਣਗੇ। ਇਹਨਾਂ ਕੋਲ ਜਵਾਬਦੇਹੀ ਨਹੀਂ ਹੋਣੀ। ਔਰ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਜੇ ਖੁਦਾ ਨਾ ਖਾਸਤਾ ਬਾਦਲ ਹਾਰ ਗਿਆ, ਇਹ ਤੁਹਾਡੇ ਕੋਲ ਲੰਡਨ ਆਏਗਾ ਜਾਂ ਅਮਰੀਕਾ ਜਾਏਗਾ, ਹਿੰਦੁਸਤਾਨ ਨਹੀਂ ਰਹਿ ਸਕੇਗਾ। ਇਸੇ ਤਰ੍ਹਾਂ ਇਹਨਾਂ ਚੋਣਾਂ ਤੋਂ ਬਾਅਦ ਇਹ ਸਰਸੇ ਕਲਕੇ ਹੋਰ ਇਹ ਸਭ ਬਾਹਰ ਨੱਸ ਜਾਣਗੇ, ਇੱਥੇ ਨਹੀਂ ਰਹਿਣਗੇ। ਦੇ ਵਿਲ ਬੀ ਬਿਹਾਈਂਡ ਬਾਰਸ। ਇਸ ਤੋਂ ਕਹਿਣ ਇਹਨਾਂ ਤੋਂ ਘੱਟ ਕੋਈ ਗੱਲ ਨਹੀਂ ਹੋਣੀ ਜੀ।
ਸੁਪ੍ਰੀਤ ਸਿੰਘ ਜੀ, ਅਖੀਰ ਵਿੱਚ ਐਜ਼ ਅ ਸੰਗਤ, ਐਜ਼ ਅ ਐਕਟਿਵਿਸਟ ਤੁਹਾਡੇ ਕੀ ਲਫ਼ਜ਼ ਨੇ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਇਲੈਕਸ਼ਨ ਦੇ ਮੱਦੇਨਜ਼ਰ ਵੀ ਔਰ ਇਹ ਜਿਹੜਾ ਡਾਇਲਿਸਿਸ ਸੈਂਟਰ ਹੈ ਇਸ ਦੇ ਮੱਦੇਨਜ਼ਰ ਵੀ? ਸਰ ਪਹਿਲੇ ਤਾਂ ਡਾਇਲਿਸਿਸ ਸੈਂਟਰ ਨੂੰ ਅਸੀਂ ਕਵਰ ਕਰਦੇ ਹਾਂ, ਕਿਉਂਕਿ ਮੈਂ ਹੁਣੇ ਵੀ ਇਸ ਚੀਜ਼ ਦੇ ਉੱਤੇ ਪ੍ਰਤੀਬੱਧ ਹੈਗਾ ਕਿ ਜਿਹੜਾ ਡਾਇਲਿਸਿਸ ਸੈਂਟਰ ਹੈਗਾ ਕੰਪਲੀਟ ਮੈਡੀਕਲ ਨੋਰਮਸ ਨੂੰ ਕੰਸੀਡਰ ਕਰਕੇ ਨਹੀਂ ਬਣਿਆ। ਜਲਦੀ ਤੋਂ ਜਲਦੀ ਇਹਦਾ ਇੱਕ ਮੈਡੀਕਲ ਆਡਿਟ ਹੋਣਾ ਚਾਹੀਦਾ ਹੈ। ਇਸ ਮੈਡੀਕਲ ਆਡਿਟ ਥਰਡ ਪਾਰਟੀ ਏਜੰਸੀ ਤੋਂ, ਜਿਹੜੀ ਗਵਰਨਮੈਂਟ ਦੀ ਥਰਡ ਪਾਰਟੀ ਏਜੰਸੀ ਹੈ, ਉਸ ਤੋਂ ਹੋਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਚੱਲੇ ਇਸ ਅੰਦਰ ਕੀ ਕਮੀਆਂ ਨੇ। ਅਸੀਂ ਇਸ ਟਾਈਪ ਦੀ ਹੋਰ ਅਣਗੋਲੀਆਂ ਜਾਂ ਹੋਰ ਡੈਥਸ ਦਾ ਅਸੀਂ ਵੇਟ ਨਹੀਂ ਕਰ ਸਕਦੇ। ਇਹਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੀ ਇਮੇਜ ਦਾ ਉੱਤੇ ਗੱਲ ਹੈਗੀ ਹੈ, ਪਹਿਲੀ ਗੱਲ। ਦੂਜੀ ਗੱਲ, ਮੈਂ ਇਹ ਗੱਲ ਕਾਰ ਸੇਵਾ ਵਾਲੇ ਡੇਰੇ ਜਿਹੜੇ ਬਾਬੇ ਵਾਲੇ ਹੈਗੇ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਬੜੇ ਲੰਬੇ ਟਾਈਮ ਤੋਂ ਇਹਨਾਂ ਨੂੰ ਸਪੋਰਟ ਕਰ ਰਹੇ ਹੋ, ਤੁਹਾਡਾ ਪੈਸਾ ਇੱਥੇ ਲੱਗ ਰਿਹਾ ਹੈ ਜੀ। ਆ ਰਹੀ ਆਵਾਜ਼ ਤੁਹਾਡੀ ਜੀ? ਠੀਕ ਹੈ ਜੀ, ਹਾਂਜੀ। ਕਿ ਇੱਥੇ ਕਾਰ ਸੇਵਾ ਵਾਲੇ ਡੇਰੇ ਵਾਲੇ ਬਾਬਾ ਨੇ ਆਪਣਾ ਪੈਸਾ ਲਾਇਆ ਹੈਗਾ 155 ਕਰੋੜ ਦੀ ਇਨਵੈਸਟਮੈਂਟ ਡੇਰੇ ਬਾਬਾ ਸਾਹਿਬ ਤੇ ਲੱਗੀ ਹੋਈ ਹੈ। ਅੱਜ ਜਿੰਨੇ ਵੀ ਕਾਰ ਸੇਵਾ ਡੇਰੇ ਵਾਲੇ ਹੈਗੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਸਿਰਸੇ ਤੋਂ ਕਿ ਤੁਸੀਂ ਕਿਉਂ ਇੰਨੀ ਜਲਦਬਾਜ਼ੀ ਕਰਕੇ ਕੀਤਾ ਹੈਗਾ। ਇਹ ਜਿਹੜੀ ਡੈਥ ਦਾ ਜ਼ਿੰਮੇਵਾਰ ਕੌਣ ਹੈਗਾ? ਇਹ ਸਾਰੀ ਸੰਗਤ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਦੇ ਅੱਜ 26 ਅਪ੍ਰੈਲ ਨੂੰ ਇਲੈਕਸ਼ਨ ਪੈਂਡਿੰਗ ਡਿਊ ਹੈਗੇ ਨੇ, 46 ਦੇ 46 ਹਲਕਿਆਂ ਦੇ ਅੰਦਰ ਜਿੰਨੇ ਵੀ ਬਾਦਲ ਕਮੇਟੀ ਦੇ ਮੈਂਬਰ ਹੈਗੇ ਨੇ, ਤੁਸੀਂ ਇਹਨਾਂ ਤੋਂ ਸਾਰੇ ਤੋਂ ਪੁੱਛੋ। ਜਦ ਕਮਿਟਮੈਂਟ ਹੈਗੀ ਸੀ 550 ਬੈਡਸ ਵਾਲੇ ਹਸਪੀਟਲ ਦੀ, ਮਲਟੀ ਸਪੈਸ਼ਲਿਟੀ ਹਸਪੀਟਲ ਦੀ, ਇੰਨੀ ਜਲਦਬਾਜ਼ੀ ਦੇ ਅੰਦਰ ਡਾਇਲਿਸਿਸ ਸੈਂਟਰ ਕਿਉਂ ਸ਼ੁਰੂ ਕੀਤਾ ਗਿਆ? ਇਸ ਡੈਥ ਦਾ ਜ਼ਿੰਮੇਵਾਰ ਕੌਣ ਹੈਗਾ? ਇਹਦਾ ਮੈਡੀਕਲ ਆਡਿਟ ਕੌਣ ਕਰਾਏਗਾ? ਜਦ ਤੱਕ ਇਹਦਾ ਮੈਡੀਕਲ ਆਡਿਟ ਪੂਰਾ ਨਹੀਂ ਹੋ ਜਾਂਦਾ ਤਦ ਤੱਕ ਮੇਰੀ ਰਿਕਮੈਂਡੇਸ਼ਨ ਹੈਗੀ ਹੈ ਕਿ ਇਸ ਡਾਇਲਿਸਿਸ ਸੈਂਟਰ ਨੂੰ ਓਪਨ ਨਾ ਕੀਤਾ ਜਾਏ ਤੇ ਇਹਦੇ ਫਰਦਰ ਜਿਹੜੇ ਇੱਥੇ ਡਾਇਲਿਸਿਸ ਦੇ ਟ੍ਰੀਟਮੈਂਟ ਨਾ ਕੀਤੇ ਜਾਣ। ਬਿਲਕੁਲ। ਮੈਂ ਇਹਨਾਂ ਸਾਰੀਆਂ ਗੱਲਾਂ ਇੱਕ ਮਿੰਟ ਜੀ, ਇਹਨਾਂ ਦੀ ਗੱਲ ਦਾ ਮੈਂ ਕਹਿਣਾ ਚਾਹਨਾ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਨਹੀਂ, ਇਹਦੀ ਆਡਿਟ ਹੋਣੀ ਚਾਹੀਦੀ ਸੀ ਜੀ। ਇਹਨਾਂ ਨੂੰ ਸਕੂਲ ਕੋਣ ਤੋਂ ਪਹਿਲਾਂ ਇਹਦੀ ਆਡਿਟ ਕਰਾਉਂਦੇ, ਉਹਨਾਂ ਕੋਲ ਸਰਟੀਫਿਕੇਟ ਲੈਂਦੇ ਵੀ ਨਾਓ ਦਿਸ ਹਸਪੀਟਲ ਇਜ਼ ਫਿਟ ਫਾਰ ਡਾਇਲਿਸਿਸ for 30 machine, 50 machine, 100 machines, ਫਿਰ ਇਹ ਚਾਲੂ ਕਰਦੇ। ਇਹ ਬੜੀ ਵਧੀਆ ਇਹਨਾਂ ਨੇ ਗੱਲ ਕੀਤੀ ਹੈ। ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ, ਕਾਰ ਸੇਵਾ ਨਹੀਂ ਹੈ ਤਰਨ ਤਾਰਨ ਦੇ ਵਿੱਚ ਅੱਜ 10 ਸਾਲ ਹੋ ਗਏ ਨੇ, ਮਲਟੀ ਸਪੈਸ਼ਲਿਟੀ ਹਸਪੀਟਲ ਚਲਾ ਰਹੇ ਨੇ। ਇੱਕ ਵਾਰ ਉਹਨਾਂ ਦੀ ਦਿੱਕਤ ਨਹੀਂ ਆਈ। ਉਹਨਾਂ ਦੇ ਹਸਪਤਾਲ ਜਿਹੜੇ ਬਿੱਲ ਜ਼ਿਆਦਾ ਆਉਂਦੇ ਨੇ, ਕਈ ਮੈਨੂੰ ਟੈਲੀਫੋਨ ਕਰਦੇ, ਮੈਨੂੰ ਬਾਬਾ ਜੀ ਕੋਲ ਡਿਸਕਾਊਂਟ ਲੈ ਦਿਓ, ਕਦੀ ਉਹਨਾਂ ਨੇ ਨਹੀਂ ਕੀਤੀ। ਅੰਡਰ ਥੀਸ ਸਰਕਮਸਟੈਂसेस अगर कार सेवा वाले बाबे इतने अच्छे अस्पताल चला रहे हैं तो इन्होंने की है, पर उन्होंने दखलंदाजी नहीं ना जी। बाबा जगतार सिंह तो नहीं ना कहना मैं डॉक्टर हाँ जी मेरे को कुछ करो, उनका में जॉब करो। बिल्कुल इतने दे ये सब कुछ आप बन गए, किसी को समझे कोई नहीं। कितने शर्म की गल है कि इतना बड़ा तुसी प्रोग्राम लेके आओ और एग्जेक्टिव पास ही नहीं हो रहा। एग्जेक्टिव मेंबर पता ही नहीं भी किदे नाल कोलैबोरेशन कर रहे हैं, किदे नाल नहीं कर रहे। ਅਸੀਂ ਜਦ ਸ਼ੁਰੂ ਕੀਤਾ ਸੀ ਜਨਰਲ ਹਾਊਸ ਵਿੱਚ ਪਹਿਲੇ ਪਾਸ ਕਰਾਇਆ ਸੀ ਵੀ ਅਸੀਂ ਇਸ ਤਰ੍ਹਾਂ ਹਸਪਤਾਲ ਬਣਾਉਣਾ ਹੈ, ਇਸ ਤਰ੍ਹਾਂ ਅਸੀਂ ਟਰਸਟ ਬਣਾਉਣਾ ਹੈ, ਤਾਂ ਅਸੀਂ ਸ਼ੁਰੂ ਕਰਾਂਗੇ। ਫਿਰ ਉਸ ਤੋਂ ਪਾਸ ਹੋਣ ਤੋਂ ਬਾਅਦ ਐਗਜ਼ੈਕਟਿਵ ਨੂੰ ਬਰਾਬਰ ਸਲਾਹ ਦਿੰਦੇ ਰਹੇ ਵੀ ਇਸ ਤਰ੍ਹਾਂ ਕਿਸ ਤਰ੍ਹਾਂ। ਇਹ ਤਾਂ ਦੇਖੋ ਗੱਲ ਹੈਗੀ, ਇਹ ਤਾਂ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਮਾਲਕ ਹਾਂ, ਬਿਲਕੁਲ ਜੋ ਮਰਜ਼ੀ ਕਰੀ ਜਾਈਏ, ਰੁਪਈਏ ਫੈਂਕਾਂਗੇ ਤੇ ਇਲੈਕਸ਼ਨ ਜਿੱਤਾਂਗੇ। ਬਸ ਝੂਠ ਬੋਲਾਂਗੇ ਇਲੈਕਸ਼ਨ ਜਿੱਤਾਂਗੇ, ਕੁਫਰ ਤੋਲਾਂਗੇ ਇਲੈਕਸ਼ਨ ਜਿੱਤਾਂਗੇ, ਕੋਈ ਫਰਕ ਨਹੀਂ ਜੀ। ਮੈਂ ਇਹ ਤੁਹਾਡੇ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੇ ਸਾਰਿਆਂ ਦਾ, ਤੁਸੀਂ ਆਪਣੇ ਕੀਮਤੀ ਵਿਚਾਰ ਰੱਖੇ। ਨਾਲ ਹੀ ਇੱਕ ਵਾਰੀ ਫੇਰ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ, ਸਪੈਸ਼ਲੀ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੇਲਾ ਹੈ ਅਸੀਂ ਜਾਗ ਜਾਈਏ, ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਸੰਭਾਲ ਲਈਏ। ਸਾਡੇ ਗੁਰਦੁਆਰਾ ਕਮੇਟੀ ਦਾ ਫੰਕਸ਼ਨ ਕੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਵੇ, ਤੇ ਉਸ ਫੰਕਸ਼ਨ ਨੂੰ, ਉਸ ਕਾਰਜ ਨੂੰ ਨਿਭਾਉਣ ਵਾਸਤੇ ਜਿਹੜੀ ਕਮੇਟੀ ਇਸ ਵੇਲੇ ਹੈ ਉਹ ਕੀ ਕੰਮ ਕਰ ਰਹੀ ਹੈ। ਤੇ ਆਉਣ ਵਾਲੀ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਇਲੈਕਸ਼ਨ ਲੜਨ ਤੋਂ ਬਾਅਦ ਅਸੀਂ ਇਹ ਕੰਮ ਕਰਾਂਗੇ, ਕੀ ਉਹ ਤੁਹਾਨੂੰ ਠੀਕ ਲੱਗਦੇ ਨੇ? ਇਹ ਗੱਲਾਂ ਤੁਸੀਂ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਕੋਲ ਜ਼ਰੂਰ ਪੁੱਛੋ, ਤੇ ਪਿਛਲੀਆਂ ਕਮੇਟੀਆਂ ਤੋਂ ਹਿਸਾਬ ਲੈਣਾ ਤੁਹਾਡਾ ਫਰਜ਼ ਹੈ ਤੇ ਤੁਹਾਡਾ ਹੱਕ ਹੈ। ਨਾ ਆਪਣੇ ਹੱਕ ਤੋਂ ਪਿੱਛੇ ਹਟੋ ਤੇ ਨਾ ਆਪਣੇ ਫਰਜ਼ ਤੋਂ ਪਿੱਛੇ ਹਟੋ। ਜੇਕਰ ਅਸੀਂ ਇਹ ਦੋਵਾਂ ਦੇ ਪਕੜ ਰੱਖਾਂਗੇ ਤਾਂ ਜਿਸ ਤਰ੍ਹਾਂ ਕਿ ਸਰਨਾ ਸਾਹਿਬ ਨੇ ਕਿਹਾ ਕਿ ਹੁਣ ਤੱਕ ਅਰਾਊਂਡ 25 ਮੌਤਾਂ ਸਿਰਫ ਸਟਾਫ ਦੀਆਂ ਹੋ ਚੁੱਕੀਆਂ ਨੇ। ਇਹ ਜਿਹੜੀਆਂ ਹਸਪਤਾਲ ਖੁੱਲਿਆ ਹੈ ਨਹੀਂ ਤੇ ਉਸ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਵਜ੍ਹਾ ਹਾਦਸੇ ਜਿਵੇਂ ਹੁੰਦੇ ਰਹਿਣਗੇ। ਇੱਥੇ ਇਸਨੇ ਆਪਣੇ ਇੱਕ ਬੰਦੇ ਨੂੰ ਔਰ डायरेक्टर बनाता है, 75,000 रुपया तनख्वाह लेना है, तो 1.5 लाख रुपया का तनख्वाह दवाती जी। सो ਇਹ ਜਿਹੜੇ ਕਾਰਨਾਮੇ ਹੋ ਰਹੇ ਨੇ ਇਹਨਾਂ ਨੂੰ ਅਸੀਂ ਆਪ ਰੋਕਣੇ ਨੇ। ਜ਼ਿੰਮੇਵਾਰੀ ਸਾਨੂੰ ਸੰਭਾਲਣੀ, ਆਪਣੇ ਹੱਕ ਤੋਂ ਅਸੀਂ ਆਪ ਜਾਣੂ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।